ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਚਾ ਸਾਹਿਬ ਗੁਰਮੁਖ ਜਾਪੈ, ਪੂਰੇ ਗੁਰ ਕੈ ਸ਼ਬਦ ਸਿੰਜਾਪੈ। ਸਾਚਾ ਸਾਹਿਬ ਗੁਰਮੁਖ ਜਾਪੈ, ਪੂਰੇ ਗੁਰ ਕੈ ਸ਼ਬਦ ਸਿੰਜਾਪੈ। ਜਿਨ ਪੀਆਸੇ ਤ੍ਰਿਪਤਾਸੇ, ਸੱਚੇ ਸੱਚ ਸਮਾਵਨਿਆ। ਜਿਨ ਪੀਆਸੇ ਤ੍ਰਿਪਤਾਸੇ, ਸੱਚੇ ਸੱਚ ਅਗਾਵਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜਿਸ ਦਾ ਚੌਥਾ ਪਦਾ ਆਪ ਜੀ ਨੇ ਸਰਵਣ ਕੀਤਾ। ਤੋ ਪਿੱਛੇ ਗੱਲ ਚੱਲ ਰਹੀ ਸੀ ਕਿ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਕਿਵੇਂ ਜਾਣਿਆ ਜਾਵੇ, ਉਹ ਕਿੱਥੇ ਰਹਿੰਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਸੀ, ਅੰਤਰ ਸਭ ਦੇ ਨਾਲ ਹੀ ਰਹਿੰਦਾ ਹੈ, ਸਭ ਦੇ ਵਿੱਚ ਹੀ ਰਹਿੰਦਾ ਹੈ। ਅੰਤਰ ਅਲਖ ਨ ਜਾਈ ਲਖਿਆ, ਨਾਮ ਰਤਨ ਲੈ ਗੁੱਝਾ ਰੱਖਿਆ। ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੇ ਸਭ ਦੇ ਅੰਦਰ ਆਪਣਾ ਨਾਮ ਰੱਖਿਆ, ਸੂਖਮ ਰੂਪ ਦੇ ਵਿੱਚ ਆਪਣਾ ਵਾਸਾ ਵੀ ਸਭ ਦੇ ਅੰਦਰ ਕੀਤਾ। ਉਸ ਨੂੰ ਜਾਣਨ ਦੇ ਲਈ ਗੁਰੂ ਦੀ ਲੋੜ ਹੈ। ਅਗੰਮ ਅਗੋਚਰ ਸਭ ਤੇ ਉੱਚਾ, ਗੁਰ ਕੈ ਸ਼ਬਦ ਲਿਖਾਵਨੇ। ਜਦੋਂ ਗੁਰੂ ਕਿਰਪਾ ਕਰਦਾ, ਉਹ ਅਗੰਮ ਪਰੇ ਤੋਂ ਪਰੇ, ਅਗੋਚਰ ਇਹਨਾਂ ਇੰਦਰੀਆਂ ਤੋਂ ਅੱਗੇ, ਜਿੱਥੋਂ ਤੱਕ ਸਾਡੀਆਂ ਇੰਦਰੀਆਂ ਦੀ ਕੰਨਾਂ, ਅੱਖਾਂ, ਨੱਕ, ਜੇਬਾਂ ਆਦਿ ਇਹਨਾਂ ਦੀ ਪਹੁੰਚ ਹੈ, ਜਿੱਥੋਂ ਤੱਕ ਸਾਡੀ ਬੁੱਧੀ ਦੀ ਪਹੁੰਚ ਹੈ, ਉਹ ਪਰਮੇਸ਼ਰ ਉਸ ਤੋਂ ਵੀ ਪਰੇ ਹੈ। ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ, ਪਰੇ ਤੋਂ ਪਰੇ, ਅਗੰਮ ਅਗੋਚਰ ਸਭ ਤੇ ਉੱਚਾ, ਸਭ ਤੋਂ ਉੱਚਾ, ਜਿਸ ਤੋਂ ਉੱਚਾ ਹੋਰ ਕੋਈ ਨਹੀਂ। ਸਭ ਤੇ ਉੱਚਾ ਗੁਰ ਕੈ ਸ਼ਬਦ ਲਿਖਾਵਨਿਆ। ਗੁਰੂ ਦੇ ਸ਼ਬਦ ਨਾਲ ਉਸ ਨੂੰ ਜਾਣਿਆ ਜਾ ਸਕਦਾ, ਲਖਿਆ ਜਾ ਸਕਦਾ। ਪਿਛਲੇ ਦਿਨੀ ਸਤਿਗੁਰੂ ਇਹ ਬਚਨ ਬਖਸ਼ਿਸ਼ ਕਰ ਰਹੇ ਸੀ। ਚੌਥੇ ਪਦੇ ਰਾਹੀਂ ਕੀ ਬਖਸ਼ਿਸ਼ ਕਰਦੇ ਹੈ ਕਿ ਸਾਚਾ ਸਾਹਿਬ ਗੁਰਮੁਖ ਜਾਪੈ। ਗੁਰਮੁਖਾਂ ਦੀ ਸੰਗਤ ਵਿੱਚੋਂ ਹੀ ਉਸ ਪਰਮੇਸ਼ਰ ਦੇ ਬਾਰੇ ਸਾਨੂੰ ਜਾਣਕਾਰੀ ਮਿਲ ਸਕਦੀ ਹੈ। ਜਾਪੈ ਭਾਵ ਜਾਣਿਆ ਜਾ ਸਕਦਾ। ਜਾਪਦਾ ਹੈ, ਫੀਲ ਹੁੰਦਾ ਹੈ, ਅਨੁਭਵ ਹੁੰਦਾ, ਦਿਖਾਈ ਦਿੰਦਾ ਗੁਰੂ ਦੀ ਸੰਗਤ ਵਿੱਚੋਂ, ਗੁਰਮੁਖਾਂ ਦੀ ਸੰਗਤ ਵਿੱਚੋਂ। ਸੇ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ।
ਸਾਚਾ ਸਾਹਿਬ ਗੁਰਮੁਖ ਜਾਪੈ, ਪੂਰੈ ਗੁਰ ਕੈ ਸ਼ਬਦ ਸੰਜਾਪੈ। ਜਦੋਂ ਪੂਰਾ ਗੁਰੂ ਸਾਨੂੰ ਸ਼ਬਦ ਨਾਲ ਜੋੜਦਾ ਹੈ, ਮੰਤਰ ਨਾਲ ਜੋੜਦਾ ਹੈ, ਜਿਵੇਂ ਵਾਹਿਗੁਰੂ ਹੈ ਜਿਹੜਾ ਸ਼ਬਦ, ਇਹ ਪਰਮੇਸ਼ਰ ਦਾ ਲਖਾਇਕ ਹੈ। ਵਾਹਿਗੁਰੂ ਸ਼ਬਦ ਜਿਹੜਾ ਪਰਮੇਸ਼ਰ ਦਾ ਨਾਮ ਹੈ। ਵੈਸੇ ਬੇਅੰਤ ਨਾਮ ਹਨ, ਅਨੰਤ ਨਾਮ ਕਥਾ ਤੇਰਾ ਜੇਵਾ, ਸਤ ਨਾਮ ਤੇਰਾ ਪਰਾ ਪੂਰਬਲਾ। ਭਗਤ ਰਵਿਦਾਸ ਜੀ ਕਹਿੰਦੇ ਬੇਅੰਤ ਨਾਮ ਤੇਰੀ ਦੁਨੀਆ ਜਪਦੀ ਹੈ ਜੀਵ ਦੇ ਨਾਲ, ਪਰ ਸਭ ਤੋਂ ਪਹਿਲਾਂ ਤੇਰਾ ਨਾਮ ਹੈ ਸਤ। ਸਤ ਨਾਮ ਤੇਰਾ ਪਰਾ ਪੂਰਬਲਾ। ਇਸੇ ਗੱਲ ਨੂੰ ਧੰਨ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੇ ਆਰੰਭ ਵਿੱਚ ਦੱਸਣਾ ਕੀਤਾ। ਜਪ ਕਿਹਨੂੰ ਜਪੀਏ? ਦੁਨੀਆ ਬਹੁਤ ਕੁਝ ਜਪ ਰਹੀ ਸੀ ਸੰਸਾਰ ਵਿੱਚ, ਨਦੀਆਂ ਨਾਲਿਆਂ ਨੂੰ, ਦਰਖਤਾਂ ਨੂੰ, ਪਸ਼ੂਆਂ ਪੰਛੀਆਂ ਨੂੰ, ਮਨੁੱਖਾਂ ਨੂੰ ਆਦਿ ਆਦਿ ਜਪ ਰਹੇ ਸੀ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਇਹਨਾਂ ਤੋਂ ਵੀ ਪਹਿਲਾਂ ਸੀ ਉਹਨੂੰ ਜਪੀਏ। ਆਦਿ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਜਿਹੜਾ ਸਭ ਤੋਂ ਪਹਿਲਾਂ ਸੀ ਤੇ ਜਿਹੜਾ ਸਭ ਤੋਂ ਐਂਡ ਤੱਕ ਵੀ ਹੋਵੇਗਾ ਤੇ ਵਿਚਾਲੇ ਵੀ ਹੈ, ਅਸੀਂ ਉਸ ਨੂੰ ਜਪਣਾ ਹੈ। ਸਤ ਨਾਮ ਤੇਰਾ ਪਰਾ ਪੁਰਬਲਾ, ਜਿਹੜਾ ਸਭ ਤੋਂ ਪਹਿਲਾ ਨਾਮ ਹੈ, ਜਿਸ ਦਾ ਸਤ, ਉਹ ਸਤ ਹੈ ਤੇ ਸਤ ਨੂੰ ਸਤ ਹੀ ਕਿਹਾ ਜਾਂਦਾ ਹੈ। ਚੋਰ ਨੂੰ ਚੋਰ ਕਿਹਾ ਜਾਂਦਾ ਹੈ, ਸਾਧ ਨੂੰ ਸਾਧ ਕਿਹਾ ਜਾਂਦਾ ਹੈ। ਜਿਹੋ ਜਿਹਾ ਕਿਸੇ ਦਾ ਗੁਣ ਹੁੰਦਾ ਹੈ ਉਹਨੂੰ ਉਹੇ ਜਿਹੇ ਨਾਵਾਂ ਨਾਲ ਹੀ ਯਾਦ ਕੀਤਾ ਜਾਂਦਾ। ਤੇ ਪਰਮੇਸ਼ਰ ਦਾ ਗੁਣ ਹੈ ਸੱਚ, ਤੇ ਸੱਚ ਕਦੇ ਖਤਮ ਹੋਣ ਵਾਲਾ ਨਹੀਂ, ਝੂਠ ਖਤਮ ਹੋਣ ਵਾਲਾ। ਇਸ ਕਰਕੇ ਉਸ ਸੱਚ ਨੂੰ ਸੱਚ ਸ਼ਬਦ ਨਾਲ ਹੀ ਯਾਦ ਕੀਤਾ ਜਾਂਦਾ। ਤਾਂ ਤੇ ਉਸ ਦਾ ਇੱਕ ਨਾਮ ਹੈ ਸਭ ਤੋਂ ਪੁਰਾਣਾ, ਸਤਨਾਮ। ਮੂਲ ਮੰਤਰ ਨੂੰ ਆਰੰਭ ਕਰਦੇ ਹਾਂ। ਉਸ ਪਰਮੇਸ਼ਰ ਦਾ ਲਖਾਇਕ ਇੱਕ ਓਂਕਾਰ ਸ਼ਬਦ ਲਿਖਿਆ। ਦੁਨੀਆ ਓਂਕਾਰ ਸ਼ਬਦ ਨੂੰ ਜਪਦੀ ਸੀ, ਲੇਕਿਨ ਇਸ ਦੇ ਅਰਥ ਕਰਨ ਲੱਗਿਆਂ ਇਹ ਕਹਿੰਦੇ ਸੀ ਕਿ ਤਿੰਨ ਦੇਵਤੇ ਰੱਬ ਹਨ, ਬਰਮਾ ਵਿਸ਼ਨੂੰ ਮਹੇਸ਼। ਧੰਨ ਗੁਰੂ ਨਾਨਕ ਦੇਵ ਜੀ ਨੂੰ ਇਹ ਗੱਲ ਠੀਕ ਨਾ ਲੱਗੀ ਤੇ ਉਹਨਾਂ ਨੇ ਇਸ ਊੜੇ ਦੇ ਮੂਹਰੇ ਏਕਾ ਲਾ ਕੇ ਕਹਿ ਦਿੱਤਾ, ਨਹੀਂ ਉਹ ਇੱਕ ਹੈ, ਤਿੰਨ ਨਹੀਂ। ਤਾਂ ਹੁਣ ਇਸ ਦਾ ਅਰਥ ਬਦਲਿਆ ਨਹੀਂ ਜਾ ਸਕਦਾ। ਓਮ ਸ਼ਬਦ ਦੇ ਬੜੇ ਅਰਥ ਕੀਤੇ ਜਾਂਦੇ ਹਨ। ਉਸ ਹਸਤੀ ਨੂੰ ਛੱਡ ਕੇ ਉਸ ਤੋਂ ਪੈਦਾ ਹੋਈਆਂ ਕਿਰਤਾਂ ਨੂੰ ਰੱਬ ਮੰਨਿਆ ਗਿਆ। ਪਰ ਸਤਿਗੁਰੂ ਨਾਨਕ ਦੇਵ ਜੀ ਨੇ ਖੁਦ ਪਰਮੇਸ਼ਰ ਨੇ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਪਰਮੇਸ਼ਰ ਨੂੰ ਹੀ ਨਾਨਕ ਜੀ ਦਾ ਰੂਪ ਧਾਰ ਕੇ ਦੁਨੀਆ ਵਿੱਚ ਆਉਣਾ ਪਿਆ ਤੇ ਭੁੱਲੀ ਭਟਕੀ ਖਲਕਤ ਨੂੰ, ਕੁਰਾਹੇ ਪਈ ਦੁਨੀਆ ਨੂੰ ਸਮਝਾਉਣ ਵਾਸਤੇ ਉਹਨਾਂ ਨੇ ਫਿਰ ਜਿੱਥੇ ਦੁਨੀਆ ਵਿੱਚ ਓਮ ਆਦਿ ਜਪਦੇ ਸੀ, ਊੜਾ, ਤੇ ਊੜੇ ਦੇ ਤਿੰਨ ਹਿੱਸਿਆਂ ਨੂੰ ਬਰਮਾ ਵਿਸ਼ਨੂੰ ਮਹੇਸ਼ ਦਾ ਰੂਪ ਦਿੱਤਾ ਜਾਂਦਾ ਸੀ, ਉੱਥੇ ਧੰਨ ਗੁਰੂ ਨਾਨਕ ਦੇਵ ਜੀ ਨੇ ਮੂਹਰੇ ਏਕਾ ਲਾ ਕੇ ਕਹਿ ਦਿੱਤਾ, ਉਹ ਇੱਕ ਹੈ, ਤਿੰਨ ਨਹੀਂ। ਫਿਰ ਅੱਗੇ ਇਹ ਬਰਮਾ ਵਿਸ਼ਨੂੰ ਮਹੇਸ਼ ਵਰਗੇ ਤਾਂ ਜੰਮਦੇ ਮਰਦੇ ਰਹਿੰਦੇ ਆ, ਖਤਮ ਹੁੰਦੇ ਰਹਿੰਦੇ ਆ। ਇਹਨਾਂ ਦੀ ਵੀ ਉਮਰ ਹੈ, ਭਾਵੇਂ ਲੰਬੀ ਹੋ ਸਕਦੀ ਆ, ਛੋਟੀ ਹੋ ਸਕਦੀ ਆ, ਪਰ ਹੈ ਤਾਂ ਇਹ ਵੀ ਖਾਤਮੇ ਵੱਲ। ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਜਿਹੜਾ ਝੂਠ ਹੈ ਉਹ ਹਮੇਸ਼ਾ ਖਤਮ ਹੁੰਦਾ, ਸੱਚ ਹਮੇਸ਼ਾ ਰਹਿੰਦਾ। ਇਸ ਕਰਕੇ ਇੱਕ ਓਂਕਾਰ ਦਾ ਅਗਲਾ ਜਿਹੜਾ ਮੰਤਰ ਹੈ, ਸ਼ਬਦ ਹੈ, ਮੂਲ ਮੰਤਰ ਦਾ ਪਹਿਲਾ ਸ਼ਬਦ ਸਤ, ਉਹ ਸਤ ਹੈ, ਉਹ ਕਦੇ ਖਤਮ ਹੋਣ ਵਾਲਾ ਨਹੀਂ। ਪਾਰ ਬ੍ਰਹਮ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕਰੋੜ ਜਲੇਸ। ਕਿ ਉਸ ਪਰਮੇਸ਼ਰ ਦੇ ਸਰੂਪ ਵਿੱਚ ਦੇਹ ਹੁੰਦੀ ਹੈ, ਅਸੀਂ ਦੇਹ ਸਰੀਰ ਨੂੰ ਮੰਨਦੇ ਹਾਂ,
ਲੇਕਿਨ ਇਹ ਵਿਰਾਟ ਜਿਹੜਾ ਸੰਸਾਰ ਹੈ ਇਹ ਪਰਮੇਸ਼ਰ ਦੀ ਦੇਹ ਹੈ। ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਅਰਜਨ ਨੂੰ ਦਿਖਾਉਣਾ ਕੀਤਾ ਜਦੋਂ ਆਪਣਾ ਅਸਲੀ ਰੂਪ ਵਿਰਾਟ ਰੂਪ, ਤਾਂ ਇਸ ਕਰਕੇ ਉਸ ਪਰਮੇਸ਼ਰ ਦੀ ਦੇਹ ਵਿੱਚ ਕਰੋੜਾਂ ਹੀ ਬ੍ਰਹਮਾ ਵਿਸ਼ਨੂੰ ਮਹੇਸ਼ ਇੰਦਰ ਵਰਗੇ ਹਨ। ਕਰੋੜਾਂ ਹੀ ਸੂਰਜ ਅਤੇ ਚੰਦਰਮਾ ਜਗ ਰਹੇ ਹਨ। ਕੋਟ ਸੂਰਜ ਰਬ ਸਸ ਕਰੋੜ ਜਲੇਸ, ਜਲੇਸ ਜਲਣਾ ਭਾਵ ਚਮਕਣਾ, ਅਨੇਕਾਂ ਹੀ ਉਹਨਾਂ ਦੇ ਅੰਦਰ ਸੂਰਜ ਅਤੇ ਚੰਦਰਮਾ ਵੀ ਚਮਕ ਰਹੇ ਹਨ। ਇਸ ਕਰਕੇ ਉਹ ਬੜਾ ਬੇਅੰਤ ਹੈ। ਇੱਕ ਓਅੰਕਾਰ ਸਤ ਨਾਮ, ਉਹ ਆਪ ਸਤ ਹੈ, ਉਹਦਾ ਨਾਮ ਵੀ ਸਤ ਹੈ। ਝੂਠੇ ਦਾ ਨਾਮ ਝੂਠਾ ਹੈ, ਸੱਚੇ ਦਾ ਨਾਮ ਸੱਚਾ ਹੈ। ਪਰਮੇਸ਼ਰ ਸਤ ਹੈ, ਉਹਦਾ ਨਾਮ ਵੀ ਸਤ ਹੈ। ਫਿਰ ਅੱਗੇ ਕਰਤਾ, ਕ੍ਰੀਏਟਰ, ਦੁਨੀਆ ਨੂੰ ਬਣਾਉਣ ਵਾਲਾ। ਪੁਰਖ, ਉਹ ਪੁਰਖ ਹੈ, ਉਹ ਸਾਨੂੰ ਨਰਕਾਂ ਤੋਂ ਬਚਾਉਣ ਵਾਲਾ, ਦੁੱਖਾਂ ਤੋਂ ਬਚਾਉਣ ਵਾਲਾ ਹੈ। ਪੁਰਖ ਨਰ ਮਾਦਾ, ਅਸੀਂ ਸਾਰੇ ਮਾਦਾ ਦੇ ਰੂਪ 'ਚ ਹਾਂ। ਜਿਤਨੀ ਆਤਮਾ ਹੈ ਇਹ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਉਹ ਕਰਤਾ ਪੁਰਖ ਹੈ। ਹੁਣ ਆਪਾਂ ਕਲੀਅਰ ਕਰੀ ਚੱਲੋ। ਇੱਕ ਛਾਣਨਾ ਲਾਤਾ ਮਹਾਰਾਜ ਨੇ। ਜਿਸ ਵੇਲੇ ਬੀਬੀਆਂ ਛੱਜ ਦੇ ਨਾਲ ਦਾਣਿਆਂ ਨੂੰ ਛੰਡਦੀਆਂ, ਦਾਣੇ ਪਿੱਛੇ ਹਟ ਜਾਂਦੇ ਆ, ਹਲਕਾ ਮਾਲ ਬਾਹਰ ਨਿਕਲੀ ਜਾਂਦਾ। ਇਸੇ ਤਰ੍ਹਾਂ ਪਾਤਸ਼ਾਹ ਨੇ ਮੂਲ ਮੰਤਰ ਲਿਖ ਕਰਕੇ ਇਹ ਦੱਸ ਦਿੱਤਾ। ਲਓ ਵੀ ਕਲੀਅਰ ਕਰ ਲਓ ਪਰਮੇਸ਼ਰ ਕੀ ਹੈ, ਛਾਂਟ ਛਾਂਟ ਕੇ। ਉਹ ਇੱਕ ਹੈ। ਓਅੰ, ਇਹ ਸ੍ਰਿਸ਼ਟੀ ਉਹਦਾ ਰੂਪ ਹੈ, ਕੁਦਰਤ ਦੇ ਵਿੱਚ ਉਹ ਵਸਿਆ ਹੋਇਆ। ਆਕਾਰ, ਇਹਦੇ ਵਿੱਚ ਉਹਦਾ ਹੁਕਮ ਚੱਲਦਾ ਹੈ। ਸਤ, ਉਹ ਸਤ ਹੈ, ਉਹਦਾ ਨਾਮ ਵੀ ਸਤ ਹੈ। ਉਹ ਕਰਤਾ ਹੈ, ਜਿਸ ਤੋਂ ਬ੍ਰਹਮਾ ਵਿਸ਼ਨੂੰ ਮਹੇਸ਼ ਬਣੇ। ਤਿੰਨ ਦੇਵਤੇ ਜਿਹੜੇ ਮੰਨੇ ਦੁਨੀਆ ਨੇ, ਉਹਨਾਂ ਦੇ ਸਰੂਪ ਬਣਾ ਦਿੱਤੇ ਹਿੰਦੂ ਮਤ ਵਿੱਚ। ਪਰ ਗੁਰਮਤ ਨੇ ਕਿਹਾ ਵੀ ਉਹ ਅੱਗ, ਪਾਣੀ ਅਤੇ ਹਵਾ ਹੈ। ਅਸਲ ਵਿੱਚ ਅਕਾਲ ਪੁਰਖ ਤੋਂ ਹਵਾ ਪੈਦਾ ਹੋਈ, ਹਵਾ ਠੰਡੀ ਹੋ ਕੇ ਪਾਣੀ ਬਣਿਆ, ਅਤੇ ਪਾਣੀ ਦੇ ਵਿੱਚੋਂ ਅੱਗ ਪੈਦਾ ਹੋਈ। ਇਹਨਾਂ ਨੂੰ ਹੀ ਤਿੰਨਾਂ ਨੂੰ ਹਿੰਦੂ ਮਤ ਵਿੱਚ ਦੇਵਤੇ ਕਿਹਾ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਚੇ ਤੇ ਭਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਅਤੇ ਪਾਣੀ ਤੋਂ ਸਾਰੀ ਸ੍ਰਿਸ਼ਟੀ ਬਣੀ ਆ। ਬ੍ਰਹਮਾ ਵੀ ਪਾਣੀ ਤੋਂ ਬਣਿਆ, ਆਪਾਂ ਵੀ ਸਾਰੇ ਪਾਣੀ ਤੋਂ ਬਣੇ ਆ। ਤਾਂ ਇਸ ਤਰ੍ਹਾਂ ਉਸ ਅਕਾਲ ਪੁਰਖ ਤੋਂ, ਕਰਤੇ ਪੁਰਖ ਤੋਂ ਸ੍ਰਿਸ਼ਟੀ ਬਣੀ। ਹੁਣ ਅਗਲਾ ਸ਼ਬਦ ਹੈ ਨਿਰਭਉ। ਮਤਲਬ ਆਪਾਂ ਡਰਦੇ ਅਤੇ ਡਰਾਉਂਦੇ ਹਾਂ। ਹਮੇਸ਼ਾ ਛੋਟਾ ਵੱਡੇ ਤੋਂ ਡਰਦਾ ਹੈ, ਵੱਡਾ ਛੋਟੇ ਨੂੰ ਡਰਾਉਂਦਾ। ਪਰਮੇਸ਼ਰ ਜਿਹੜਾ ਹੈ ਉਹ ਡਰਦਾ ਡਰਾਉਂਦਾ ਨਹੀਂ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਮਿੱਠ ਬੋਲੜਾ। ਉਹ ਨਾ ਡਰਦਾ ਨਾ ਡਰਾਉਂਦਾ। ਨਿਰਭਉ ਨਿਰਵੈਰ, ਨਾ ਉਹ ਡਰਦਾ ਹੈ, ਨਿਰਵੈਰ ਨਾ ਉਹ ਡਰਾਉਂਦਾ। ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਵੈਰ। ਉਹਦਾ ਨਾ ਕਿਸੇ ਨਾਲ ਦੁਸ਼ਮਣੀ ਹੈ ਅਤੇ ਨਾ ਕਿਸੇ ਨਾਲ ਮਿੱਤਰਤਾ ਹੈ। ਉਹ ਸਾਰੇ ਉਸੇ ਦੇ ਆ। ਹੁਣ ਇੱਕ ਮਾਂ, ਉਹਦੇ 4 ਪੁੱਤਰ ਹੈ, ਅਤੇ ਉਹ ਕਿਹਨੂੰ ਪਿਆਰ ਵੱਧ ਘੱਟ ਕਰੇਗੀ? ਕਹੋ ਸਤਨਾਮ, ਸਾਰੇ ਪਿਆਰੇ ਆ ਉਹਦੇ। ਇਸੇ ਤਰ੍ਹਾਂ ਸ੍ਰਿਸ਼ਟੀ ਦੇ ਵਿੱਚ ਸਾਰੇ ਜੀਵ ਹੀ ਉਹਦੇ ਆ। ਇਸ ਕਰਕੇ ਉਹ ਡਰਦਾ ਅਤੇ ਡਰਾਉਂਦਾ ਨਹੀਂ। ਅਕਾਲ, ਬ੍ਰਹਮਾ ਵਿਸ਼ਨੂੰ ਮਹੇਸ਼ ਵਰਗੇ ਕਾਲ ਦੇ ਦਾਇਰੇ 'ਚ ਹੈ, ਪਰ ਉਹ ਕਾਲ ਤੋਂ ਬਾਹਰ ਹੈ। ਇਸ ਕਰਕੇ ਉਹਨੂੰ ਲਿਖ ਦਿੱਤਾ ਅਕਾਲ ਪੁਰਖ। ਉਹ ਅਕਾਲ ਪੁਰਖ ਹੈ। ਉਹ ਸਰੂਪ ਜਿਹੜਾ ਹੈ ਉਹ ਕਾਲ ਦੇ ਦਾਇਰੇ ਤੋਂ, ਸਮੇਂ ਤੋਂ ਬਾਹਰ ਹੈ। ਉਹਦੇ ਸਮੇਂ ਬਾਰੇ ਵੀ ਕਿਸੇ ਨੂੰ ਨਹੀਂ ਪਤਾ। ਅਰਬਦ ਨਰਬਦ ਧੁੰਦੂ ਕਾਰਾ ਜਦੋਂ ਸੀਗਾ, ਉਦੋਂ ਵੀ ਉਹ ਸੀਗਾ। ਧਨ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨ ਚੰਦ ਨ ਸੂਰਜ, ਸੁਨ ਸਮਾਧ ਲਗਾਇੰਦਾ। ਉਦੋਂ ਵੀ ਉਹ ਸੀਗਾ ਅਤੇ ਹੁਣ ਵੀ ਹੈਗਾ, ਅਤੇ ਅਖੀਰ 'ਤੇ ਵੀ ਰਹੇਗਾ। ਜਦੋਂ ਕੁਛ ਨਾ ਹੋਵੇਗਾ ਉਹ ਫਿਰ ਵੀ ਰਹੇਗਾ। ਫਿਰ ਆਪਣੇ ਵਿੱਚੋਂ ਪੈਦਾ ਕਰੇਗਾ ਦੁਨੀਆ ਨੂੰ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਆਪਣੇ ਸ਼ਬਦ ਵਿੱਚੋਂ ਹੀ ਪਹਿਲਾਂ ਆਪਾਂ ਨੂੰ ਪੈਦਾ ਕੀਤਾ।
ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਕੀਤਾ ਪਸਾਓ ਏਕੋ ਕਵਾਓ। ਇੱਕ ਵਾਰੀ ਕੋਇਆ ਬੋਲਿਆ, ਕੂਣਾ ਹੁੰਦਾ, ਕਵਾਓ ਹੁੰਦਾ ਮਾਝੇ ਦਾ ਸ਼ਬਦ ਹੈ ਬੋਲਣਾ। ਆਪਣਾ ਆਪਾਂ ਕਹਿੰਦੇ ਬੋਲਿਆ, ਉਹ ਕਹਿੰਦੇ ਕੋਇਆ। ਤੂੰ ਮੇਰੇ ਨਾਲ ਕੂੰਦਾ ਨਹੀਂ, ਗੁੱਸੇ ਆ, ਇੱਦਾਂ ਵਾਲੀ ਉਹਨਾਂ ਦੀ ਬੋਲੀ ਆ। ਤੋ ਇੱਕ ਵਾਰੀ ਉਹ ਬੋਲਿਆ ਤੇ ਉਸ ਤੋਂ ਹਵਾ ਪੈਦਾ ਹੋਈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਤੋਂ ਹਵਾ ਪੈਦਾ ਹੋਈ ਤੇ ਹਵਾ ਤੋਂ ਪਾਣੀ ਬਣਿਆ ਤੇ ਪਾਣੀ ਤੋਂ ਆਪਾਂ ਸਾਰੇ ਬਣੇ। ਆਪਾਂ ਚੱਲਦੇ ਫਿਰਦੇ ਦਰਿਆ ਹਾਂ। ਪਾਣੀ ਦੀ ਵਸਤੂ ਨੂੰ ਦਰਿਆ ਕਿਹਾ ਜਾਂਦਾ ਨਾ, ਤਾਂ ਤੇ ਆਪਾਂ ਦਰਿਆ ਹਾਂ, ਆਪਾਂ ਸਾਰੀ ਦਰਿਆ ਹਾਂ। ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਉਸ ਕੁਦਰਤ ਸ੍ਰਿਸ਼ਟੀ ਦੇ ਬਾਰੇ, ਪਰਮੇਸ਼ਰ ਦੇ ਬਾਰੇ ਮੈਂ ਕੀ ਦੱਸਾਂ। ਇੱਕ ਵਾਰ ਕੀ, ਮੈਂ ਵਾਰ-ਵਾਰ ਜਨਮ ਲੈ ਕੇ ਉਹ ਤੋਂ ਬਲਿਹਾਰੇ ਜਾਵਾਂ ਤਾਂ ਵੀ ਮੈਂ ਪੂਰਾ ਕਹਿ ਨਹੀਂ ਸਕਦਾ ਤੁਹਾਨੂੰ। ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਉਹਨੂੰ ਭਾਉਂਦਾ ਉਹੀ ਹੁੰਦਾ, ਤੇ ਜੋ ਹੁੰਦਾ ਉਹ ਠੀਕ ਹੀ ਹੁੰਦਾ। ਜੋ ਉਹਨੂੰ ਚੰਗਾ ਲੱਗਦਾ ਉਹੀ ਹੁੰਦਾ। ਇਸ ਕਰਕੇ ਉਹ ਅਕਾਲ ਪੁਰਖ, ਕਾਲ ਤੋਂ ਬਾਹਰ, ਅਕਾਲ ਮੂਰਤ, ਉਹ ਸਰੂਪ ਜਿਹੜਾ ਹੈ ਮੂਰਤ। ਮੂਰਤ ਹੁਣ ਤੁਸੀਂ ਮੂਰਤ ਦਾ ਅਰਥ ਸਰੂਪ ਫੋਟੋ ਹੀ ਕਰਦੇ ਹੋ ਨਾ, ਪਰ ਮੂਰਤ ਦਾ ਅਰਥ ਹੈ ਉਹ ਖੁਦ ਨਾਲ ਹੀ ਰੰਗਿਆ ਹੋਇਆ। ਉਹ ਦੂਜੇ ਦੀ ਕਿਸੇ ਦੀ ਸਿਫਤ ਨਹੀਂ ਕਰਦਾ, ਕਿਸੇ ਦੂਜੇ ਨਾਲ ਨਹੀਂ ਜੁੜਦਾ, ਕਿਸੇ ਦੂਜੇ ਨੂੰ ਨਹੀਂ ਚਾਹੁੰਦਾ। ਮੂਰਤ, ਰਤ ਹੁੰਦਾ ਰੰਗੇ ਜਾਣਾ, ਮੂੰਹ ਹੁੰਦਾ ਆਪਣੇ ਆਪੇ ਨਾਲ, ਨਿਜ ਸਰੂਪ ਨਾਲ। ਉਹ ਆਪਣੇ ਆਪੇ ਵਿੱਚ ਹੀ ਸਮਾਇਆ ਹੋਇਆ, ਕਾਲ ਤੋਂ ਬਾਹਰ ਹੈ, ਆਪਣੇ ਆਪੇ ਵਿੱਚ ਸਮਾਇਆ ਹੋਇਆ। ਅਕਾਲ ਮੂਰਤ ਆਜੂਨੀ, ਉਹ ਮਾਂ ਦੇ ਪੇਟੋਂ ਜੰਮਦਾ ਨਹੀਂ। ਉਹ ਇਹਨਾਂ ਬਣੇ ਹੋਏ ਸਰੀਰਾਂ ਵਿੱਚ ਕਿਸੇ 'ਚ ਵੀ ਪ੍ਰਵੇਸ਼ ਕਰ ਸਕਦਾ ਹੈ। ਗੁਰੂ ਨਾਨਕ ਦੇਵ ਜੀ 'ਚੋਂ ਬੋਲੇ, ਭਗਤਾਂ 'ਚੋਂ ਬੋਲੇ, ਗੁਰਮੁਖਾਂ 'ਚੋਂ ਬੋਲੇ। ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਉਸ ਪਰਮੇਸ਼ਰ ਨੂੰ ਛੱਜੂ ਮਹਿਰੇ 'ਚੋਂ ਬੁਲਾਤਾ। ਕਹੋ ਸਤਨਾਮ ਸ੍ਰੀ। ਜਿੱਥੋਂ ਉਹ ਚਾਹੇ ਉੱਥੋਂ ਬੋਲ ਸਕਦਾ ਹੈ। ਉਹਨਾਂ ਬਣੀਆਂ ਬਣਾਈਆਂ ਬਾਡੀਆਂ ਤੋਂ ਕੰਮ ਲੈਂਦਾ। ਉਹ ਆਪ ਕਿਸੇ ਮਾਂ ਦੇ ਪੇਟੋਂ ਨਹੀਂ ਜੰਮਦਾ। ਕਹੋ ਸਤਨਾਮ ਸ੍ਰੀ। ਭਾਵ ਗੁਰੂ ਨਾਨਕ ਦੇ ਅੰਦਰ ਅਕਾਲ ਪੁਰਖ ਬੋਲੇ ਆ। ਫਿਰ ਉਹੀ ਅਕਾਲ ਪੁਰਖ ਦੂਜੇ ਗੁਰੂ 'ਚੋਂ ਬੋਲਿਆ, ਲਹਿਣਾ ਜੀ 'ਚੋਂ। ਉਹੀ ਜੋਤ ਜਿਹਨੂੰ ਆਪਾਂ ਜੋਤ ਕਹਿੰਦੇ ਆ ਅੱਗੇ ਰੱਖ ਦਿੱਤੀ। ਉਹ ਉਹੋ ਹੀ ਪਰਮੇਸ਼ਰ ਸਰੂਪੀ ਜੋਤ ਹੈ, ਸੂਖਮ, ਜਿਹੜੀ ਪਹਿਲਾਂ ਬਾਬੇ ਨਾਨਕ 'ਚ ਆਈ ਤੇ ਫਿਰ ਗੁਰੂ ਅੰਗਦ ਦੇਵ 'ਚ ਵਰਤ ਗਈ, ਫਿਰ ਉਹਨਾਂ 'ਚੋਂ ਬੋਲੀ। ਉਹਨਾਂ ਨੇ ਉਹੀ ਗਿਆਨ, ਉਹ ਜੋਤ, ਉਹ ਪਰਮੇਸ਼ਰ ਸਰੂਪ ਜਿਹੜਾ ਸੀ ਉਹ ਅੱਗੇ ਤੀਜੇ ਪਾਤਸ਼ਾਹ 'ਚ ਰੱਖ ਦਿੱਤਾ, ਉਹਨਾਂ 'ਚੋਂ ਬੋਲਿਆ। ਹੁਣ ਕਲੀਅਰ ਕਰੀ ਚੱਲਿਓ ਵੀ ਉਹ ਕੀ ਚੀਜ਼ ਹੈ। ਜਿਵੇਂ ਇੱਕ ਉਦਾਹਰਨ ਪਹਿਲਾਂ ਸੁਣ ਲਓ ਛੋਟੀ ਜੀ। ਘਰ ਦੇ ਵਿੱਚ ਕਿਸੇ ਬੀਬੀ ਦਾ ਸਭ ਤੋਂ ਛੋਟਾ ਜਿਹਾ ਪੀਸ ਕੋਕਾ ਹੁੰਦਾ, ਉਹ ਡਿੱਗ ਪਿਆ, ਹੁਣ ਲੱਭਦਾ ਨਹੀਂ ਗਾ। ਫਿਰ ਉਹਦੀ ਕੀ ਯੋਗਤਾ? ਉਹ ਬੋਚ ਕੇ ਓਨੇ ਏਰੀਏ ਝਾੜੂ ਮਾਰ ਕੇ ਰੇਤਾ ਇਕੱਠਾ ਕਰ ਲੈਂਦੀ ਆ। ਕਹੋ ਸਤਨਾਮ ਸੀ। ਦਿਸਦਾ ਨਹੀਂ ਨਾ, ਬਹੁਤ ਬਰੀਕ ਆ। ਤੋ ਰੇਤੇ ਨੂੰ ਫਿਰ ਉਂਗਲਾਂ ਦੇ ਨਾਲ ਹੌਲੀ ਹੌਲੀ ਬੜੀ ਤਿੱਖੀ ਨਿਗਾਹ ਦੇ ਨਾਲ ਉਹਨੂੰ ਫਰੋਲਦੀ ਆ। ਇਹ ਡੱਕਾ, ਇਹ ਰੇਤਾ, ਇਹ ਰੋੜੀ ਹੈ, ਇਹ ਮਿੱਟੀ ਹੈ, ਪਾਸੇ ਕਰੀ ਜਾਂਦੀ ਆ। ਇਹ ਵੀ ਕੋਕਾ ਨਹੀਂ, ਇਹ ਵੀ ਕੋਕਾ ਨਹੀਂ, ਇਹ ਵੀ ਕੋਕਾ ਨਹੀਂ। ਤੇ ਜਦੋਂ ਸਾਹਮਣੇ ਉਹ ਕੋਕਾ ਆ ਗਿਆ, ਆਹ ਕੋਕਾ ਹੈ। ਭਾਵ ਬਾਕੀ ਸਭ ਮਾਇਆ ਰੂਪੀ ਮਿੱਟੀ ਹੈ, ਇਹਦੇ ਵਿੱਚ ਬੋਲਣ ਵਾਲਾ ਕੋਈ ਹੋਰ ਹੈ। ਕਹੋ ਸਤਨਾਮ, ਉਹ ਪਰਮੇਸ਼ਰ ਹੈ। ਬਾਕੀ ਸਭ ਆਪ ਮਿੱਟੀ 'ਚੋਂ ਬਣੇ ਆ, ਮਿੱਟੀ 'ਚ ਹੀ ਮਿਲਦੇ ਆ। ਚਾਹੇ ਉਹ ਕੀੜੀ ਤੋਂ ਲੈ ਕੇ ਹਾਥੀ ਤੱਕ ਕੋਈ ਵੀ ਸਰੀਰ ਹੈ, ਮਿੱਟੀ 'ਚੋਂ ਪੈਦਾ ਹੋਏ ਨੇ ਸਾਰੇ। ਸਾਡੇ ਮਾਂ ਪਿਓ ਨੇ ਮਿੱਟੀ 'ਚੋਂ ਨਿਕਲੀ ਕਣਕ ਖਾਧੀ, ਫਲ ਫਰੂਟ ਖਾਧੇ, ਖੁਰਾਕ ਖਾਧੀ। ਉਹ ਖੁਰਾਕ ਤੋਂ ਸਾਡੇ ਅੰਦਰ ਪਾਣੀ ਬਣਿਆ, ਬਿੰਦ ਬਣੀ, ਬਿੰਦ ਤੋਂ ਆਪਣਾ ਸਰੀਰ ਬਣ ਗਿਆ। ਫਿਰ ਅੱਗੇ ਆਪਾਂ ਵੀ ਉਹ ਸਰੀਰ ਜਿਹੜੇ ਸਰੀਰ ਮਿੱਟੀ ਤੋਂ ਬਣੇ ਆ, ਉਹ ਮਿੱਟੀ ਨਾਲ ਹੀ ਪਲਦੇ ਆ। ਸਰੀਰ ਦੀ ਖੁਰਾਕ ਮਿੱਟੀ ਆ, ਆਤਮਾ ਦੀ ਖੁਰਾਕ ਸ਼ਬਦ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਆਤਮਾ ਦੀ ਖੁਰਾਕ ਗਿਆਨ ਹੈ, ਸਰੀਰ ਦੀ ਖੁਰਾਕ ਮਿੱਟੀ ਆ, ਕਿਉਂਕਿ ਮਿੱਟੀ 'ਚੋਂ ਪੈਦਾ ਹੋਇਆ। ਖੈਰ ਹੁਣ ਚੱਲੋ ਅੱਗੇ। ਅਜੂਨੀ, ਉਹ ਜੰਮਦਾ ਨਹੀਂ। ਸੈ ਭੰਗ,
ਉਹ ਜਿੱਥੇ ਚਾਹੇ ਆਪਦੀ ਮਰਜ਼ੀ ਨਾਲ ਪ੍ਰਵੇਸ਼ ਕਰ ਸਕਦਾ ਹੈ, ਅਲੋਪ ਹੋ ਸਕਦਾ ਹੈ। ਸਰੀਰਾਂ ਨੂੰ ਛੱਡਿਆ ਵੀ, ਸਰੀਰਾਂ ਵਿੱਚ ਪ੍ਰਵੇਸ਼ ਵੀ ਕੀਤਾ। ਬਾਬੇ ਨਾਨਕ ਨੇ ਲਹਿਣਾ ਜੀ ਵਿੱਚ ਰੱਖ ਦਿੱਤੀ ਜੋਤ, ਉਹਨਾਂ ਨੇ ਗੁਰੂ ਅਮਰਦਾਸ 'ਚ ਰੱਖ ਦਿੱਤੀ। ਲੇਕਿਨ ਸਰੀਰ ਤਾਂ ਪਹਿਲਾਂ ਉਹਨਾਂ ਦੇ ਸੰਸਾਰੀ ਸੀ ਨਾ। ਲੇਕਿਨ ਜਦੋਂ ਉਹਨਾਂ ਵਿੱਚ ਜੋਤ ਰੱਖੀ ਤਾਂ ਉਹਨਾਂ ਵਿੱਚੋਂ ਪਾਵਰ ਆ ਗਈ, ਜਿਹੜੀ ਪਾਵਰ ਗੁਰੂ ਨਾਨਕ ਦੇਵ ਜੀ ਲੈ ਕੇ ਆਏ ਪਰਮੇਸ਼ਰ ਵਾਲੀ। ਉਹ ਪਾਵਰ ਉਹਨਾਂ ਨੇ ਅੱਗੇ ਵਰਤਾ ਦਿੱਤੀ ਅਤੇ ਅਮਰਦਾਸ ਜੀ ਨੇ ਉਹ ਪਾਵਰ ਆਪਣੇ ਸੇਵਕ ਜੇਠਾ ਜੀ ਵਿੱਚ ਰੱਖ ਦਿੱਤੀ। ਜਵਾਈ ਵੀ ਸੀ ਜੇਠਾ ਜੀ, ਸੇਵਕ ਵੀ ਸੀਗੇ। ਉਹੀ ਜੇਠਾ ਜਿਹੜਾ ਕਹਿੰਦਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਅੱਜ ਦੁਨੀਆ ਉਹਨਾਂ ਨੂੰ ਮੱਥੇ ਟੇਕਦੀ ਆ। ਹੈ ਉਹੀ ਜੇਠਾ ਨਾ, ਜਿਨ੍ਹਾਂ ਦੇ ਸਿਰ ਤੋਂ ਮਾਂ ਪਿਓ ਦਾ ਸਾਇਆ ਬਚਪਨ ਵਿੱਚ ਹੀ ਉੱਠ ਗਿਆ। ਗਰੀਬੀ ਦੇ ਵਿੱਚ ਨਾਨਕੇ ਘਰ ਬੇਬੇ ਨਾਨੀ ਕੋਲੇ ਪਲੇ। ਲੇਕਿਨ ਜਿੱਦਾਂ ਗੁਰੂ ਅਮਰਦਾਸ ਜੀ ਦੀ ਨਿਗਾਹ ਉਹਨਾਂ 'ਤੇ ਪੈ ਗਈ, ਕਿਰਪਾ ਦ੍ਰਿਸ਼ਟੀ ਕਰਤੀ, ਜੋਤ ਰੱਖ ਦਿੱਤੀ, ਉਸ ਜੇਠੇ ਵਿੱਚ ਕਿੰਨੀ ਪਾਵਰ ਆ ਗਈ। ਕਹੋ ਸਤਿਨਾਮ। ਉਹ ਜੇਠਾ ਗੁਰੂ ਰਾਮਦਾਸ ਬਣ ਗਿਆ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਅਤੇ ਉਹ ਪਾਵਰ ਗਾਹਾਂ ਉਹਨਾਂ ਦੇ ਬੱਚਿਆਂ ਵਿੱਚ ਵੀ ਜਾਂਦੀ ਆ। ਜਿਵੇਂ ਅੱਜ ਦਾ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਹਾੜਾ ਹੈ, ਅਤੇ ਪਾਵਰ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਹੈ, ਉਹ ਉਹਨਾਂ ਸਾਹਿਬਜ਼ਾਦਿਆਂ ਵਿੱਚ ਵੀ। ਇਹ ਦੇਖੋ 7-9 ਸਾਲ ਦੀਆਂ ਜਿੰਦਾਂ, ਉਹਨਾਂ ਵਿੱਚ ਵੀ ਉਹ ਗਿਆਨ ਹੈ, ਉਹ ਬਖਸ਼ਿਸ਼ ਹੈ, ਉਹ ਬਲ ਹੈ, ਉਹ ਜੋਸ਼ ਹੈ, ਉਹ ਜਾਹੋ ਜਲਾਲ ਹੈ। ਅਤੇ ਜੇਠਾ ਜੀ ਨੇ ਉਹ ਜੋਤ ਅੱਗੇ ਆਪਣੇ ਪੁੱਤਰ ਗੁਰੂ ਅਰਜਨ ਦੇਵ ਵਿੱਚ ਰੱਖੀ, ਅਤੇ ਗੁਰੂ ਅਰਜਨ ਦੇਵ ਜੀ ਦੇ ਵਿੱਚ ਉਹ ਸ਼ਕਤੀ ਵਰਤ ਗਈ। ਪ੍ਰਿਥੀ ਚੰਦ ਵਿੱਚ ਨਹੀਂ ਵਰਤੀ, ਕਿਉਂਕਿ ਉਹਨਾਂ ਨੂੰ ਇਸ਼ਾਰਾ ਨਹੀਂ ਕੀਤਾ। ਅਤੇ ਉਹਨਾਂ ਦੇ ਵਿੱਚੋਂ ਉਹ ਜੋਤ ਅੱਗੇ ਛੇਵੇਂ ਪਾਤਸ਼ਾਹ ਵਿੱਚ ਆ ਗਈ। ਅਤੇ ਛੇਵੇਂ ਪਾਤਸ਼ਾਹ ਵਿੱਚ ਕਿੰਨੀ ਪਾਵਰ ਆ, ਆਪ ਜੀ ਦੇਖਦੇ ਹੋ। ਬਹੁਤ ਥੋੜ੍ਹੀਆਂ ਫੌਜਾਂ ਲੈ ਕੇ ਲੱਖਾਂ ਦੀ ਗਿਣਤੀ ਦੀਆਂ ਫੌਜਾਂ ਦਾ ਨੇਸ ਤੋਂ ਨਬੂਤ ਕਰਨਾ, ਖਤਮ ਕਰਨਾ, ਇਹ ਉਹ ਪਰਮੇਸ਼ਰ ਦੀ ਤਾਕਤ ਹੈ, ਉਹ ਜੋਤ ਦੀ ਤਾਕਤ ਹੈ। ਮਹਾਰਾਜ ਦੇ ਜੰਗ ਵਿੱਚ ਕਿੰਨੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਫੌਜ ਮਗਰ ਆਈ, ਲੱਲਾ ਬੇਗ ਦੀ ਅਗਵਾਈ 'ਚ। ਸਭ ਦਾ ਖਾਤਮਾ ਕਰਤਾ ਪਾਤਸ਼ਾਹ ਜੀ ਨੇ, ਥੋੜ੍ਹੀ ਜਿਹੀ ਫੌਜ ਲੈ ਕੇ। ਸੈਂਕੜੇ, ਸਿਰਫ ਸੈਂਕੜੇ ਫੌਜ ਹੈ ਪਾਤਸ਼ਾਹ ਕੋਲ, ਅਤੇ ਉਹ ਲੱਖਾਂ ਦੀ ਗਿਣਤੀ 'ਚ। ਤਾਂ ਇਸ ਤਰ੍ਹਾਂ ਛੇਵੇਂ ਪਾਤਸ਼ਾਹ ਨੇ ਉਹ ਜੋਤ ਆਪਣੇ ਅੱਗੇ ਗੁਰੂ ਪਿਆਰਿਓ ਪੋਤਰੇ ਸੱਤਵੇਂ ਪਾਤਸ਼ਾਹ ਹਰ ਰਾਏ 'ਚ ਰੱਖੀ, ਅਤੇ ਹਰ ਰਾਏ ਸਾਹਿਬ ਜੀ ਨੇ ਉਹ ਜੋਤ ਅੱਗੇ ਆਪਣੇ ਪੁੱਤਰ ਅੱਠਵੇਂ ਪਾਤਸ਼ਾਹ ਹਰ ਕ੍ਰਿਸ਼ਨ ਜੀ ਵਿੱਚ ਰੱਖੀ, ਅਤੇ ਉਹਨਾਂ ਨੇ ਉਹ ਜੋਤ ਆਪਣੇ ਦਾਦੇ ਪੜਦਾਦੇ ਗੁਰੂ ਤੇਗ ਬਹਾਦਰ ਜੀ ਵਿੱਚ ਰੱਖੀ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਇਹ ਜੋਤ ਜਿਹੜੀ ਹੈ ਇਹ ਕੀ ਹੈ? ਇਹ ਅਜੂਨੀ ਹੈ, ਇਹ ਮਾਂ ਦੇ ਪੇਟੋਂ ਨਹੀਂ ਜੰਮਦੀ, ਕੁਛ ਇਹ ਤਾਂ ਪ੍ਰਵੇਸ਼ ਕਰਦੀ ਹੈ। ਕਲੀਅਰ ਹੋ ਗਿਆ। ਤੇਗ ਬਹਾਦਰ ਮਹਾਰਾਜ ਜੀ ਨੇ ਸ਼ਹੀਦੀ ਦੇ ਦਿੱਤੀ ਉਹਨਾਂ ਦੁਸ਼ਟਾਂ ਨੂੰ ਰੋਕਣ ਵਾਸਤੇ, ਲੇਕਿਨ ਉਸ ਤੋਂ ਪਹਿਲਾਂ ਉਹਨਾਂ ਨੇ ਭਾਈ ਜੈਤਾ ਸਿੰਘ ਜੀਵਨ ਸਿੰਘ ਜੀ ਦੇ ਰਾਹੀਂ ਇੱਕ ਦਸਤਾਰ, ਉੱਥੇ ਰਚੀ ਹੋਈ ਬਾਣੀ, 5 ਪੈਸੇ ਨਾਰੀਅਲ ਆਦਿ ਇਹ ਦੇ ਕਰਕੇ ਜੈਤਾ ਜੀ ਨੂੰ ਭੇਜਿਆ ਕਿ ਜਾਓ ਗੋਬਿੰਦ ਰਾਏ ਨੂੰ ਮੱਥਾ ਟੇਕ ਦਿਓ। ਹੁਣ ਜਾ ਕੇ ਕਹੋ ਸਤਿਨਾਮ ਸ੍ਰੀ। ਇਹ ਦਸਤਾਰ ਗੋਬਿੰਦ ਰਾਏ ਨੂੰ ਦੇ ਦਿਓ। ਅਤੇ ਉਹ ਜੋਤ ਮਾਨੋ ਗੁਰੂ ਗੋਬਿੰਦ ਸਿੰਘ ਜੀ ਵਿੱਚ ਆ ਗਈ, ਅਤੇ ਉਹਨਾਂ ਨੇ ਉਹ ਜੋਤ 5 ਪਿਆਰਿਆਂ 'ਚ ਰੱਖ ਦਿੱਤੀ। ਕਹੋ ਸਤਿਨਾਮ ਸ੍ਰੀ। ਔਰ 5 ਪਿਆਰਿਆਂ ਦੇ ਨਾਲ ਜੋੜਿਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ। ਉਹ ਜੋਤ ਗੁਰਬਾਣੀ ਵਿੱਚ ਰੱਖ ਦਿੱਤੀ। ਜਿਸ ਦਿਨ ਦਸਤਾਰ ਦਿੱਤੀ ਭਾਈ ਸੰਗਤ ਸਿੰਘ ਨੂੰ ਚਮਕੌਰ ਦੀ ਗੜੀ 'ਚ, ਤਾਂ ਉਸ ਦਿਨ ਉਹਨਾਂ ਨੇ ਉਹ ਪਾਵਰ ਪੰਥ ਵਿੱਚ ਰੱਖ ਦਿੱਤੀ। ਅਤੇ ਜਿੱਦੇ ਮੱਥਾ ਟੇਕਿਆ ਜਾ ਕੇ ਨੰਦੇੜ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਗਿਆ ਭਈ ਅਕਾਲ ਕੀ ਤਵੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਅਤੇ ਪੰਥ ਨੂੰ ਸ਼ਬਦ ਨਾਲ ਵੀ ਜੋੜਿਆ, ਬਾਣੀ ਨਾਲ ਵੀ ਜੋੜਿਆ। ਪੰਥ ਗ੍ਰੰਥ ਦੋਨੇ ਇਕੱਠੇ ਹੋ ਕੇ ਪੂਰਾ ਗੁਰੂ ਬਣਦਾ। ਕਹੋ ਸਤਿਨਾਮ ਸ੍ਰੀ।
ਭਾਵ ਪਰਮੇਸ਼ਰ ਵਾਲਾ ਉਹ ਗਿਆਨ ਜੋ ਗੁਰੂਆਂ ਵਿੱਚ ਵਰਤਿਆ ਉਹ ਗੁਰਬਾਣੀ ਵਿੱਚ ਹੈ। ਤੇ ਅੱਗੇ ਇਹ ਰਿਪੀਟ ਕਰਦਾ ਪੰਥ ਭਾਵ ਸਿੰਘ ਕੋ ਸਤਨਾਮ ਸ੍ਰੀ। ਸਿੰਘਾਂ ਦੇ ਵਿੱਚ ਇਹ ਗੁਰਬਾਣੀ ਜਾ ਕੇ ਅੱਗੇ ਰਿਪੀਟ ਹੁੰਦੀ ਹੈ, ਜਿਵੇਂ ਪੰਜ ਪਿਆਰੇ ਅੰਮ੍ਰਿਤ ਛਕਾਉਣ ਵੇਲੇ ਸਾਡੇ ਤੇ ਬਖਸ਼ਿਸ਼ ਕਰਦੇ ਆ। ਤੋ ਇਸ ਤਰ੍ਹਾਂ ਅੱਜ ਉਹ ਜੋਤ ਕਿੱਥੇ ਹੈ? ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਤੇ ਇਹੀ ਤਾਂ ਗਿਆਨ ਭਗਤਾਂ 'ਚੋਂ ਬੋਲਿਆ, ਇਹੀ ਗਿਆਨ ਗੁਰੂਆਂ 'ਚੋਂ ਬੋਲਿਆ। ਕਹੋ ਸਤਨਾਮ ਸ੍ਰੀ। ਗੱਲ ਕਲੀਅਰ ਹੋ ਗਈ ਨਾ ਵੀ ਪਰਮੇਸ਼ਰ ਜਿਹੜਾ ਹੈ ਉਹ ਇੱਕੋ ਹੀ ਹੈ, ਜੰਮਦਾ ਮਰਦਾ ਨਹੀਂ। ਉਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਪਾਂ ਚੌਥਾ ਪਦਾ ਪੜ੍ਹ ਰਹੇ ਸੀਗੇ। ਸਾਚਾ ਸਾਹਿਬ ਗੁਰਮੁਖ ਜਾਪੈ ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਨਾਲ ਉਸ ਨੂੰ ਜਾਣਿਆ ਜਾ ਸਕਦਾ। ਪੂਰੇ ਗੁਰ ਕੈ ਸ਼ਬਦ ਸਿੰਜਾਪੈ। ਜਦੋਂ ਪੂਰਾ ਗੁਰੂ ਸਾਨੂੰ ਸ਼ਬਦ ਦੇ ਨਾਲ ਸਿਆਣ ਕਰਾਉਂਦਾ। ਸਿੰਜਾਪੇ ਸਿਆਣ, ਜਾਣਕਾਰੀ, ਜਾਣ ਪਛਾਣ। ਪੰਜਾਂ ਪਿਆਰਿਆਂ ਨੇ ਪੂਰਾ ਗੁਰੂ ਬਣ ਕੇ ਸਾਨੂੰ ਗੁਰਬਾਣੀ ਦੇ ਨਾਲ ਜਾਣ ਪਛਾਣ ਕਰਾਈ ਵੀ ਇਹ ਤੁਹਾਡਾ ਗੁਰੂ ਹੈ ਅਸਲ ਵਿੱਚ। ਕਹੋ ਸਤਨਾਮ ਸ੍ਰੀ। ਜਿਸ ਤਰ੍ਹਾਂ ਇੱਕ ਬੱਚੀ ਨੂੰ ਪਹਿਲਾਂ ਵਿਚੋਲਾ ਮਿਲਦਾ ਹੈ, ਵਿਚੋਲਾ ਦੋਨਾਂ ਪਰਿਵਾਰਾਂ ਦੀ ਜਾਣ ਪਛਾਣ ਕਰਾਉਂਦਾ ਹੈ। ਫਿਰ ਪਿਓ ਜਿਹੜਾ ਬੱਚੀ ਨੂੰ ਬੱਚੇ ਦਾ ਪੱਲਾ ਫੜਾ ਕੇ ਕਹਿੰਦਾ ਇਹ ਤੇਰਾ ਪਤੀ ਹੈ। ਕਹੋ ਸਤਨਾਮ ਸ੍ਰੀ। ਜਾਂ ਆਨੰਦ ਕਾਰਜ ਹੁੰਦੇ ਆ, ਪਹਿਲਾ ਰੋਲ ਬਾਪੂ ਕਰਦਾ ਨਾ। ਬਰਾਤ ਆਈ, ਬੱਚੇ ਬੈਠ ਗਏ ਸਾਹਮਣੇ ਪਾਤਸ਼ਾਹ ਦੇ, ਜਿਹੜੇ ਪੱਲੇ ਦੀ ਰਸਮ ਹੈ ਨਾ ਉਹ ਪਿਓ ਕਰਦਾ। ਪਿਓ ਨੇ ਵਿਚੋਲੇ ਤੋਂ ਜਾਣਿਆ ਤੇ ਪਿਓ ਨੇ ਉਹਦਾ ਪੱਲਾ ਫੜ ਕੇ ਲੜਕੇ ਦਾ ਲੜਕੀ ਨੂੰ ਫੜਾਤਾ, ਬੇਟੇ ਇਹ ਤੇਰਾ ਪਤੀ ਹੈ। ਕਹੋ ਸਤਨਾਮ। ਤੇ ਬੇਟੀ ਬਾਪੂ ਦੀ ਗੱਲ ਮੰਨ ਕੇ ਉਹਦੇ ਮਗਰ ਜਾਂਦੀ ਹੈ। ਇਸੇ ਤਰ੍ਹਾਂ ਹੀ ਸਾਨੂੰ ਪੰਜ ਪਿਆਰੇ ਸਾਡਾ ਪੱਲਾ ਜਿਹੜਾ ਹੈ ਗੁਰੂ ਦਾ, ਤੇ ਗੁਰੂ ਦਾ ਪੱਲਾ ਸਾਨੂੰ ਫੜਾ ਦਿੰਦੇ ਆ। ਕਹੋ ਸਤਨਾਮ ਸ੍ਰੀ। ਪੰਜ ਪਿਆਰੇ ਗੁਰੂ ਦਾ ਰੂਪ ਹੈ ਤੇ ਅਸੀਂ ਉਹਨਾਂ ਦੀ ਗੱਲ ਮੰਨਣੀ ਆ। ਜਿਵੇਂ ਬੱਚੀ ਆਪਣੇ ਪਿਓ ਦੀ ਗੱਲ ਮੰਨਦੀ ਆ ਤੇ ਅਸੀਂ ਉਹਨਾਂ ਪੰਜਾਂ ਦੀ ਗੱਲ ਮੰਨਣੀ ਆ। ਸਾਨੂੰ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਤੇ ਜਿੱਥੇ ਸਾਨੂੰ ਪੰਜੇ ਜੋੜਦੇ ਆ ਅਸੀਂ ਉੱਥੇ ਜੁੜ ਜਾਣਾ। ਉਹਨਾਂ ਨੇ ਸਾਨੂੰ ਬਾਣੀ ਨਾਲ ਜੋੜਿਆ। ਵਾਹੋ ਵਾਹੋ ਬਾਣੀ ਨਿਰੰਕਾਰ। ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸ਼ਬਦ ਸੰਜਾਪੈ। ਜਦੋਂ ਪੂਰਾ ਗੁਰੂ ਸਾਨੂੰ ਸ਼ਬਦ ਦੀ ਜਾਣ ਪਛਾਣ ਕਰਾਉਂਦਾ। ਸੰਜਾਪੈ ਭਾਵ ਸਿਆਣ ਕਰਾਉਣੀ, ਜਾਣ ਪਛਾਣ ਕਰਾਉਣੀ। ਜਿਨ ਪੀਆ ਸੇ ਤ੍ਰਿਪਤਾ ਸੇ। ਫਿਰ ਅਸੀਂ ਸ਼ਬਦ ਨਾਲ ਜੁੜਨਾ। ਉਦੋਂ ਬਾਅਦ ਆਨੰਦ ਮਾਨਣਾ ਹੈ ਸ਼ਬਦ ਦਾ, ਸ਼ਬਦ ਦਾ ਰਸ ਪੀਣਾ। ਤੇ ਜਿਹੜੇ ਗੁਰੂ ਦੀ ਗੱਲ ਮੰਨ ਕੇ ਬਾਣੀ ਨਾਲ ਜੁੜ ਜਾਣਗੇ ਉਹ ਸ਼ਬਦ ਦਾ ਰਸ ਪੀ ਲੈਣਗੇ। ਜਿਹੜੇ ਪੀ ਲੈਣਗੇ ਉਹ ਰੱਜ ਜਾਣਗੇ। ਸੱਚੇ ਸਾਚੀ ਅਗਾਵਣਿਆ। ਅਗਾਉਣਾ ਹੁੰਦਾ ਰੱਜ ਜਾਣਾ। ਹੁਣ ਤੁਸੀਂ ਕਹੋ ਵੀ 4 ਰੋਟੀਆਂ ਖਾ ਕੇ ਤੇ ਹਰੇਕ ਹੀ ਰੱਜਦਾ, ਪਰ ਨਹੀਂ। ਹੱਥ ਨੇ ਖਾਧੀਆਂ ਤੜਕੇ ਭੁੱਖ ਲੱਗੇ ਹੁੰਦੀ, ਤੜਕੇ ਖਾਧੀਆਂ ਹੱਥ ਨੇ ਲੱਗੇ ਆਉਂਦੀ ਆ। ਕਹੋ ਸਤਨਾਮ ਸ੍ਰੀ। ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਾਂ ਰਸਨਾ ਨਾਮ ਧਿਆਇਆ। ਆਸ਼ਾ ਤ੍ਰਿਸ਼ਨਾ ਦੀ ਭੁੱਖ ਤਾਂ ਕਦੇ ਮਿਟਦੀ ਨਹੀਂ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਆ। ਵੱਡੇ ਵੱਡੇ ਲੋਕਾਂ ਦੇ ਕੋਲੇ, ਮੰਤਰੀਆਂ ਸੰਤਰੀਆਂ ਕੋਲੇ ਕੋਠੇ ਭਰੇ ਪਏ ਆ ਮਾਇਆ ਦੇ, ਫਿਰ ਵੀ ਕਹਿੰਦੀ ਆ ਥੋੜ੍ਹੀ ਆ। ਅਵਾਨੀ ਨਾਨੀ ਵਰਗਿਆਂ ਦੇ ਕੋਲੇ ਪਤਾ ਨਹੀਂ ਕਿੰਨੀ ਮਾਇਆ, ਫਿਰ ਵੀ ਕਹਿੰਦੇ ਕਿਸਾਨਾਂ ਦੀ ਜ਼ਮੀਨ ਵੀ ਸਾਡੇ ਕਬਜ਼ੇ 'ਚ ਆ ਜੇ। ਕਹੋ ਸਤਨਾਮ ਸ੍ਰੀ। ਮਤਲਬ ਇਹ ਸੀ ਉਹ ਭੁੱਖ ਜਿਹੜੀ ਕਿ ਰੋਟੀਆਂ ਨਾਲ, ਮਾਇਆ ਨਾਲ, ਕਿਸੇ ਚੀਜ਼ ਨਾਲ ਨਹੀਂ ਮਿਟਦੀ। ਇਹ ਮਿਟਦੀ ਆ ਸੰਤੋਖ ਨਾਲ। ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਾਂ ਰਸਨਾ ਨਾਮ ਧਿਆਇਆ। ਤੇ ਸੰਤੋਖ ਆਉਂਦਾ ਗਿਆਨ ਦੇ ਨਾਲ, ਤੇ ਗਿਆਨ ਮਿਲਦਾ ਗੁਰੂ ਦੇ ਕੋਲੋਂ। ਕਹੋ ਸਤਨਾਮ ਸ੍ਰੀ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨ ਚੱਲੇ ਨਾਲ। ਉਹ ਜਿਹੜਾ ਅਸਲੀ ਗਿਆਨ ਆ ਉਹ ਗੁਰੂ ਕੋਲੋਂ ਮਿਲਦਾ। ਤ੍ਰਿਪਤ ਭਈ ਸੱਚ ਭੋਜਨ ਖਾਇਆ। ਨੇਤਰ ਸੰਤੋਖੇ ਹਰ ਲਿਵ ਲਾਏ। ਇਹ ਨੇਤਰ ਇਕੱਠੇ ਨਹੀਂ ਹੁੰਦੇ, ਟਿਕਦੇ ਨਹੀਂ, ਇਕੱਠੇ ਨਹੀਂ ਹੁੰਦੇ। ਨਿਗਾਹ ਬੰਦ ਨਹੀਂ ਹੁੰਦੀ, ਭਾਵ ਅੱਖਾਂ ਬੰਦ ਨਹੀਂ ਹੁੰਦੀਆਂ। ਨੀਂਦ ਨਹੀਂ ਆਉਂਦੀ ਬੰਦੇ ਨੂੰ। ਤੇ ਕਦੋਂ ਇਸ ਨੂੰ ਸ਼ਾਂਤੀ ਆਈ? ਜਦੋਂ ਆਪਣੇ ਆਪੇ ਨਾਲ ਜੁੜਿਆ, ਹਰੀ ਦੇ ਨਾਲ ਲਿਵ ਲਾਈ। ਤੇ ਹਰੀ ਜਿਹੜਾ ਤੁਹਾਡੇ ਸਵਾਸਾਂ 'ਚ ਹੀ ਰਮ ਰਿਹਾ, ਉਹ ਹੋਰ ਕਿਤੇ ਨਹੀਂ ਗਾ। ਇਹਦੇ ਵਿੱਚ ਜਿਹੜਾ ਬੋਲਣ ਵਾਲਾ ਇਹ ਉਹੀ ਆ।
ਬੋਲਦਾ ਹੈ, ਸੁਣਦਾ ਹੈ, ਕਹਿੰਦਾ ਹੈ, ਚੱਲਦਾ ਹੈ, ਫਿਰਦਾ ਹੈ, ਸਰੀਰ ਦੀ ਗੱਡੀ ਨੂੰ ਲਈ ਫਿਰਦਾ, ਦੱਬੀ ਫਿਰਦਾ। ਜਿਵੇਂ ਕ੍ਰਿਸ਼ਨ ਜੀ ਅਰਜਨ ਦੇ ਰੱਥ ਨੂੰ ਚਲਾਉਂਦੇ ਹੈ, ਇਸੇ ਤਰ੍ਹਾਂ ਸਵਾਸ ਕ੍ਰਿਸ਼ਨ ਹੈ, ਸਰੀਰ ਰੱਥ ਹੈ, ਆਪਾਂ ਇਹਦੇ ਵਿੱਚ ਅਰਜਨ ਹਾਂ। ਕਹੋ ਸਤਿਨਾਮ ਸ੍ਰੀ। ਅਰਜਨ ਪਾਂਡੋ, ਮਨ ਸਾਡਾ ਅਰਜਨ ਹੈ ਅਤੇ ਕ੍ਰਿਸ਼ਨ ਇਹਦੀ ਅਗਵਾਈ ਕਰਦਾ, ਸਵਾਸ ਸਾਡੀ ਗੱਡੀ ਨੂੰ ਚਲਾਉਂਦਾ ਹੈ ਅਤੇ ਰੱਥ ਵਿੱਚ ਅਸੀਂ ਰਹਿੰਦੇ ਹਾਂ ਦੋਨੇ ਜਣੇ। ਕਹੋ ਸਤਿਨਾਮ ਸ੍ਰੀ। ਦੋਨਾਂ ਦਾ ਮਿਲਾਪ ਨਹੀਂ ਹੋ ਰਿਹਾ, ਆਪਣੀ ਮਨ ਮਰਜ਼ੀ ਕਰਦਾ ਮਨ, ਇਹਦੀ ਮਾਰਗ ਦਰਸ਼ਨ ਨਹੀਂ ਲੈਂਦਾ ਗਾ। ਜਿੱਦਾਂ ਇਹਦਾ ਮਾਰਗ ਦਰਸ਼ਨ ਲੈਣ ਲੱਗ ਪਿਆ ਉਹਦੇ ਸਮਝ ਆ ਜਾਣੀ ਆ। ਪੂਰੇ ਗੁਰ ਕੈ ਸ਼ਬਦ ਸੰਜਾਪੈ, ਜਿਨ ਪੀਆ ਸਈ ਤ੍ਰਿਪਤਾਸੇ, ਸੱਚੇ ਸੱਚ ਅਗਾਵਣਿਆ ਉਹ ਰੱਜ ਗਏ ਜਿਨ੍ਹਾਂ ਨੇ ਰਸ ਪੀ ਲਿਆ। ਤਿਸ ਕਰ ਸਹਿਜਾ ਸੋਈ ਸੁਹੇਲਾ, ਉੱਥੇ ਸਹਿਜ ਅਵਸਥਾ ਆ ਗਈ, ਉੱਥੇ ਸੰਤੋਖ ਆ ਗਿਆ, ਉੱਥੇ ਭੱਜ ਦੌੜ ਖਤਮ ਹੋ ਗਈ। ਸਹਿਜ ਅਵਸਥਾ, ਸਹਿਜ ਅਵਸਥਾ ਜਿਨ੍ਹਾਂ ਲੱਦੀ, ਰੱਬ ਤਿੰਨਾਂ ਦੀ ਬੋਕਲ ਹੈ। ਜੰਗਲ ਦੇ ਵਿੱਚ ਜਾਣਾ ਵਾਧੂ ਕੰਮ ਸ਼ੁਦਾ ਦਾ ਹੈ, ਜੰਗਲਾਂ ਵਿੱਚੋਂ ਲਾ ਕੇ ਰੱਬ ਲੱਭਣਾ ਇਹ ਸ਼ੁਦਾਈਆਂ ਦਾ, ਕਮਲਿਆਂ ਦਾ ਕੰਮ ਹੈ। ਰੱਬ ਤਾਂ ਸਭ ਦੇ ਕੋਲ ਹੀ ਆ, ਜਿੱਥੇ ਮਰਜ਼ੀ ਬਹਿ ਜਾਓ ਉੱਥੇ ਮਿਲ ਸਕਦਾ। ਕਹੋ ਸਤਿਨਾਮ। ਘਰੀ ਬਹਿ ਜਾਓ, ਖੂੰਜੇ 'ਚ ਕਿਸੇ 'ਚ ਘਰੇ ਮਿਲ ਜਾਊਗਾ। ਤਿਸ ਘਰ ਸਹਿਜਾ, ਉਸ ਘਰ ਵਿੱਚ ਸਹਿਜ ਆ ਗਿਆ। ਸੋਈ ਸੁਹੇਲਾ, ਜਿੱਥੇ ਸਹਿਜ ਆ ਗਿਆ ਉੱਥੇ ਸੁੱਖ ਆ। ਕਈ ਵਾਰੀ ਸਾਨੂੰ ਅੰਦਰ ਚਿੰਤਾ ਹੁੰਦੀ ਹੈ ਅਤੇ ਉਦੋਂ ਸੁੱਖ ਨਹੀਂ ਹੁੰਦਾ, ਭਾਵੇਂ ਬੈਠੇ ਹੀ ਹੋਈਏ, ਚਿੰਤਾ ਵੀ ਸੁੱਖ ਨਹੀਂ। ਅਤੇ ਜਦੋਂ ਚਿੰਤਾ ਖਤਮ ਹੋਈ ਅਤੇ ਫਿਰ ਸਹਿਜ ਅਵਸਥਾ ਆਈ ਅਤੇ ਸੁੱਖ ਪ੍ਰਾਪਤ ਹੋ ਗਿਆ। ਆਨੰਦ ਵਿਨੋਦ ਕਰੇ ਸਦ ਕੇਲਾ, ਅਤੇ ਜਿੱਥੇ ਸਹਿਜ ਅਵਸਥਾ ਹੈ, ਜਿੱਥੇ ਸੁੱਖ ਹੈ, ਜਿੱਥੇ ਸ਼ਾਂਤੀ ਹੈ, ਜਿੱਥੇ ਸੰਤੋਖ ਹੈ, ਜਿੱਥੇ ਸਬਰ ਹੈ, ਉੱਥੇ ਸ਼ਾਂਤੀ ਆ ਗਈ, ਉੱਥੇ ਆਨੰਦ ਹੈ, ਉੱਥੇ ਵਿਨੋਦ। ਵਿਨੋਦਾ ਜੇ ਬੱਚੇ ਖੁਸ਼ੀ ਹੋ ਕੇ ਖੇਡਦੇ ਹਨ, ਸਭ ਕੁਝ ਭੁੱਲ ਜਾਂਦਾ। ਜਦ ਛੋਟੇ ਛੋਟੇ ਬੱਚੇ ਇਕੱਠੇ ਹੋ ਕੇ ਖੇਡਦੇ ਆ, ਉਹਨਾਂ ਨੂੰ ਸਭ ਕੁਝ ਭੁੱਲ ਜਾਂਦਾ, ਕੋਈ ਚਿੰਤਾ ਨਹੀਂ, ਕੋਈ ਟੈਨਸ਼ਨ ਨਹੀਂ। ਉਹਨੂੰ ਕਹਿੰਦੇ ਆ ਵਿਨੋਦ, ਖੁਸ਼ ਹੋਣਾ। ਆਨੰਦ ਵਿਨੋਦ ਕਰੇ ਸਦ ਕੇਲਾ, ਉਹ ਹਮੇਸ਼ਾ ਆਨੰਦ ਵਿੱਚ ਰਹਿੰਦੇ ਆ, ਖੁਸ਼ੀ 'ਚ ਰਹਿੰਦੇ ਆ, ਚਾਅ ਚੜ੍ਹਿਆ ਰਹਿੰਦਾ, ਹਮੇਸ਼ਾ ਉਸ ਪਰਮੇਸ਼ਰ ਦੀਆਂ ਖੇਡਾਂ ਵਿੱਚ ਮਸਤ ਰਹਿੰਦੇ ਆ। ਜਿਵੇਂ ਬੱਚੇ ਮਸਤ ਹੋ ਜਾਂਦੇ ਆ। ਸੋ ਧਨਵੰਤਾ ਸੋ ਵੱਡ ਸਾਹਾ, ਉਹੀ ਵੱਡਾ ਧਨੀ ਹੈ, ਉਹੀ ਵੱਡਾ ਸ਼ਾਹ ਹੈ, ਜੋ ਗੁਰ ਚਰਨੀ ਮਨ ਲਾਵਣਿਆ, ਜਿਹੜਾ ਗੁਰੂ ਨੂੰ ਪੁੱਛ ਕੇ ਗੁਰੂ ਦੇ ਚਰਨੀ ਆਪਣੇ ਮਨ ਨੂੰ ਲਾ ਲੈਂਦਾ। ਨਿਜ ਸਰੂਪ ਨਾਲ ਜੁੜਦਾ ਜਾਂ ਸਿਮਰਨ ਕਰਦਾ, ਜਿਹੜਾ ਸ਼ਬਦ ਨਾਲ ਜੁੜਦਾ ਉਹ ਹੀ ਧਨੀ ਹੈ, ਉਹ ਹੀ ਸ਼ਾਹ ਹੈ, ਉਹ ਹੀ ਵੱਡਾ ਹੈ। ਜੋ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ, ਫਿਰ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਪਰਮੇਸ਼ਰ ਨੂੰ ਧਿਆਉਂਦੇ ਹੋਏ ਫਿਰ ਬਖਸ਼ਿਸ਼ ਕਰਦੇ ਆ। ਅਗਲਾ ਪਦਾ 6ਵਾਂ, ਪਹਿਲੋ ਦੇ ਤੈ ਰਿਜ਼ਕ ਸਮਾਹਾ, ਪਹਿਲਾਂ ਪਰਮੇਸ਼ਰ ਨੇ ਰਿਜ਼ਕ ਪੈਦਾ ਕੀਤਾ, ਸਾਨੂੰ ਭੇਜਣ ਤੋਂ ਪਹਿਲਾਂ ਸਾਡੇ ਖਾਣ ਪੀਣ ਦਾ ਇੰਤਜ਼ਾਮ ਕੀਤਾ। ਕਿਵੇਂ ਭਲਾ? ਬੱਚਾ ਮਾਂ ਦੇ ਪੇਟ ਵਿੱਚ ਹੈ, ਹਜੇ ਜਨਮ ਵੀ ਨਹੀਂ ਹੋਇਆ, ਅਤੇ ਜਦੋਂ ਹੀ ਜਨਮ ਹੋਇਆ ਮਾਂ ਦੇ ਕੋਲ ਦੁੱਧ ਆ ਗਿਆ। ਕਹੋ ਸਤਿਨਾਮ ਸ੍ਰੀ। ਬੱਚਾ ਖਾ ਪੀ ਨਹੀਂ ਸਕਦਾ ਨਾ, ਅਤੇ ਉਹਦੇ ਪੀਣ ਵਾਸਤੇ ਦੁੱਧ ਦਾ ਇੰਤਜ਼ਾਮ ਮਾਂ ਦੇ ਖੂਨ ਤੋਂ ਦੁੱਧ ਬਣ ਗਿਆ। ਕਹੋ ਸਤਿਨਾਮ ਸ੍ਰੀ। ਪਰਾ ਲਬਦ ਪਹਿਲੇ ਰਚੀ, ਪਾਛੇ ਰਚਿਆ ਸਰੀਰ। ਜੋ ਸਾਨੂੰ ਮਿਲਣਾ ਜ਼ਿੰਦਗੀ ਵਿੱਚ ਉਹ ਪਰਮੇਸ਼ਰ ਨੇ ਪਹਿਲਾਂ ਹੀ ਲਿਸਟ ਬਣਾਤੀ ਸਾਡੀ। ਮਾਂ ਦੇ ਦੁੱਧ ਤੋਂ ਲੈ ਕੇ ਅਖੀਰ ਤੱਕ ਜੋ ਖਾਂਦੇ ਪੀਂਦੇ ਆ ਜ਼ਿੰਦਗੀ 'ਚ, ਉਹ ਸਾਰੀ ਲਿਸਟ ਬਣਾ ਕੇ ਵਿੱਚੇ ਰੱਖੀ ਆ ਸਾਡੀ ਬਾਡੀ ਦੇ, ਸਾਡੀ ਮੈਮਰੀ ਦੇ ਵਿੱਚ ਰੱਖੀ ਹੋਈ ਆ। ਅਤੇ ਬਾਣੀ 'ਚ ਲਿਖਿਆ, ਜੋ ਕਿਛ ਪਾਇਆ ਸੋ ਏਕਾ ਵਾਰ, ਜੋ ਸਾਨੂੰ ਦੇਣਾ ਜ਼ਿੰਦਗੀ 'ਚ ਉਹ ਇੱਕੇ ਵਾਰੀ ਸਾਰੀ ਲਿਸਟ ਬਣਾਤੀ। ਕਹੋ ਸਤਿਨਾਮ ਸ੍ਰੀ। ਅਤੇ ਬਣਾ ਬਣਾ ਕੇ ਪਰਮੇਸ਼ਰ ਵੇਖਦਾ, ਕਰ ਕਰ ਵੇਖੈ ਸਿਰਜਣਹਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ। ਉਹ ਪਰਮੇਸ਼ਰ ਸਾਨੂੰ ਸਾਜ ਸਾਜ ਕੇ ਬਣਾ ਬਣਾ ਕੇ ਵੇਖਦੇ ਆ। ਕੋਈ ਉਸ ਦੇ ਹੁਕਮ ਵਿੱਚ ਚੱਲਦਾ ਅਤੇ ਕੋਈ ਦਾਤਾਂ ਨੂੰ ਲੈ ਕੇ ਹੰਕਾਰ ਵਿੱਚ ਚਲਿਆ ਜਾਂਦਾ, ਮੈਂ, ਮੇਰੀ, ਮੇਰਾ, ਆਦਿ ਆਦਿ। ਕਹੋ ਸਤਿਨਾਮ ਸ੍ਰੀ। ਤੋ ਪਰ ਅਸਲ ਵਿੱਚ ਉਸ ਪਰਮੇਸ਼ਰ ਨੇ ਰਚਨਾ ਰਚੀ ਹੈ, ਸਾਨੂੰ ਜੋ ਜ਼ਿੰਦਗੀ ਵਿੱਚ ਦੇਣਾ ਹੈ ਉਹਨੇ ਪਹਿਲਾਂ ਹੀ ਇੰਤਜ਼ਾਮ ਕੀਤਾ ਹੋਇਆ। ਪਹਿਲੋ ਦੇ ਤੈ ਰਿਜ਼ਕ ਸਮਾਹਾ, ਸਮਾਹਾ ਸਾਰਿਆਂ ਦਾ,
ਪਹਿਲਾਂ ਸਾਡਾ ਸਭ ਦਾ ਰਿਜ਼ਕ ਪੈਦਾ ਕੀਤਾ, ਧਰਤੀ ਬਣਾਈ, ਧਰਤੀ ਦੇ ਵਿੱਚੋਂ ਫਸਲਾਂ ਪੈਦਾ ਕਰਨ ਲਾਤੀਆਂ, ਫਲ ਫੁੱਟ ਪੈਦਾ ਕਰਤਾ। ਇਹ ਵੀ ਤਾਂ ਆਪਣੇ ਵਾਸਤੇ ਨਾ, ਧਰਤੀ ਵੀ ਮਾਂ ਹੈ। ਇੱਕ ਉਹ ਮਾਂ ਹੈ ਜਿਹਦੇ ਕੁੱਖ ਵਿੱਚ ਬੱਚਾ ਪਲ ਰਿਹਾ ਹੈ, ਔਰ ਜੋ ਕੁਝ ਮਾਂ ਖਾਂਦੀ ਹੈ ਉਸ ਦਾ ਰਸ ਬਣ ਕੇ ਬੱਚੇ ਕੋਲੇ ਜਾਂਦਾ। ਜਿਹੜਾ ਸਾਹ ਮਾਂ ਲੈਂਦੀ ਆ ਉਹ 'ਚੋਂ ਅੱਧਾ ਸਾਹ ਬੱਚੇ ਕੋਲੇ ਜਾਂਦਾ। ਕਹੋ ਸਤਨਾਮ ਸੀ। ਮਾਂ ਦੇ ਅੰਦਰ ਦੋ ਨਾੜੀਆਂ ਸਾਹ ਦੀਆਂ, ਇੱਕ ਬੱਚੇ ਦੀ ਧੁਨੀ ਨਾਲ ਜੁੜੀ ਹੈ, ਇੱਕ ਮਾਂ ਦੇ ਆਪਣੇ ਸਿਸਟਮ ਨਾਲ ਜੁੜੀ ਹੈ। ਕਹੋ ਸਤਨਾਮ ਸ੍ਰੀ। ਜਦੋਂ ਮਾਂ ਸਾਹ ਲੈਂਦੀ ਹੈ ਉਹ 'ਚੋਂ ਇੱਕ ਸਾਹ ਧੁਨੀ ਰਾਹੀਂ ਬੱਚੇ ਅੰਦਰ ਜਾਂਦਾ, ਨਾਭੀ ਰਾਹੀਂ, ਜਿਹਨੂੰ ਨਾੜੂਆ ਕਹਿੰਦੇ ਆਪਾਂ। ਨਾੜੂਆ ਕੱਟ ਕੇ ਹੀ ਬੱਚਾ ਅੱਡ ਕੀਤਾ ਜਾਂਦਾ ਮਾਂ ਤੋਂ। ਮਾਂ ਸਾਹ ਲੈਂਦੀ ਹੈ ਨਾਸਿਕਾ ਰਾਹੀਂ, ਇੱਕ ਨਾੜੀ ਉਹਦੇ ਫੇਫੜਿਆਂ ਜਾਂਦੀ ਹੈ ਤੇ ਇੱਕ ਨਾੜੀ ਬੱਚੇ ਦੇ ਨਾਲ ਜੁੜ ਜਾਂਦੀ ਹੈ, ਤੇ ਬੱਚਾ ਸਾਹ ਲੈਂਦਾ ਮਾਂ ਤੋਂ। ਨਾਸਿਕਾ ਬੰਦ ਹੁੰਦੀ ਆ ਉਦੋਂ ਸਾਡੀ, ਉਹ ਸਾਡਾ ਨੱਕ ਨਹੀਂ ਕੰਮ ਕਰਦਾ ਹੁੰਦਾ, ਉਦੋਂ ਅਸੀਂ ਸਾਹ ਨਹੀਂ ਲੈਂਦੇ ਹੁੰਦੇ ਨੱਕ ਰਾਹੀਂ। ਨੱਕ ਦੇ ਵਿੱਚ ਤਾਂ ਪਾਣੀ ਪੂਣੀ ਹੁੰਦਾ, ਇਹ ਤਾਂ ਬੰਦ ਹੁੰਦਾ ਹਰ ਤਰ੍ਹਾਂ ਦੇ ਨਾਲ, ਜਾਲੇ ਜੂਲੇ ਹੁੰਦੇ ਆ, ਔਰ ਬੱਚੇ ਦੇ ਨੇਤਰ ਬੰਦ ਹੁੰਦੇ ਆ, ਅਤੇ ਇੱਧਰੋਂ ਹੀ ਉਸ ਦੇ ਅੰਦਰ ਖੁਰਾਕ ਨਾੜੂਏ ਰਾਹੀਂ ਖੁਰਾਕ ਜਾਂਦੀ ਹੈ, ਨਾੜੂਏ ਰਾਹੀਂ ਸਵਾਸ ਜਾਂਦਾ ਹੈ। ਕਹੋ ਸਤਨਾਮ ਸ੍ਰੀ। ਕਮਾਲ ਦੀ ਗੱਲ ਹੈ, ਪਰਮੇਸ਼ਰ ਨੇ ਰਚਨਾ ਕੈਸੀ ਰਚੀ। ਪਹਿਲੋ ਦੇ ਤੈਂ ਰਿਜ਼ਕ ਸਮਾਹਾ, ਬੱਚਾ ਬਾਅਦ ਵਿੱਚ ਬਣਿਆ, ਪਹਿਲਾਂ ਮਾਂ ਦੇ ਅੰਦਰ ਉਹਨੂੰ ਬਣਾਉਣ ਦਾ ਅਰੇਂਜਮੈਂਟ ਕੀਤਾ, ਉਹਦੀ ਖੁਰਾਕ ਦਾ ਇੰਤਜ਼ਾਮ ਕੀਤਾ ਸਾਰਾ। ਪਿੱਛੋਂ ਦੇ ਤੈਂ ਜੰਤੀ ਉਪਾਹਾ, ਪਿੱਛੋਂ ਤੂੰ ਬੱਚਿਆਂ ਨੂੰ ਪੈਦਾ ਕੀਤਾ। ਪਹਿਲਾਂ ਸਰੀਰ ਬਣਾਇਆ, ਫਿਰ ਇਹਦੇ ਵਿੱਚ ਜੀਵ ਆਤਮਾ ਪਾਈ। ਜੰਤ ਉਪਾਹਾ, ਜੰਤ ਭਾਵ ਜੀਵ, ਆਪਾਂ ਸਾਰੇ ਜੀਵ ਜੰਤ ਹਾਂ। ਪਹਿਲਾਂ ਸਾਡੀਆਂ ਬਾਡੀਆਂ ਬਣੀਆਂ, ਫਿਰ ਇਹਨਾਂ ਵਿੱਚ ਆਤਮਾ ਨੂੰ ਭੇਜਿਆ, ਤੇ ਆਤਮਾ ਕਹਿੰਦੀ ਮੈਂ ਜਾਂਦੀ ਨਹੀਂ। ਪਰਮੇਸ਼ਰ ਕਹਿੰਦਾ ਜਾ ਬਈ, ਹੁਣ ਤੇਰੇ ਵਾਸਤੇ ਆ ਬਾਡੀ ਬਣ ਗਈ, ਇਹਦੇ ਵਿੱਚ ਪ੍ਰਵੇਸ਼ ਕਰ। ਉਹ ਕਹਿੰਦੀ ਮੈਂ ਨਹੀਂ ਜਾਣਾ। ਕਿਉਂ? ਤੇਰੇ ਬਿਨਾਂ ਮੇਰਾ ਕਿਵੇਂ ਸਰੂਗਾ, ਮੈਂ ਤਾਂ ਇੱਥੋਂ ਦੂਰ ਨਹੀਂ ਹੋਣਾ। ਪਰਮੇਸ਼ਰ ਕਹਿੰਦਾ ਮੈਨੂੰ ਜੋ ਤੈਨੂੰ ਚਾਹੀਦਾ ਸਾਰਾ ਵਿੱਚ ਹੀ ਰੱਖ ਦਿੰਦੇ ਆ, ਅਤੇ ਉਹ ਚਾਰ ਪਦਾਰਥ ਇਹਦੇ ਵਿੱਚ ਰੱਖ ਦਿੱਤੇ। ਫਿਰ ਆਤਮਾ 'ਚ ਪ੍ਰਵੇਸ਼ ਕਰਦੀ ਆ, ਤਾਂ ਚਾਰ ਪਦਾਰਥ ਲੈ ਜਗ ਆਇਆ। ਉਹ ਚਾਰ ਵਸਤੂਆਂ ਪਰਮੇਸ਼ਰ ਦਿੱਤੀਆਂ ਜਿਹੜੀਆਂ ਇਹਨੂੰ ਲੋੜ ਸੀਗੀ। ਜੋਤ, ਆਨੰਦ, ਅੰਮ੍ਰਿਤ ਰਸ। ਗੁਰੂ ਪਿਆਰੋ, ਇਹ ਚਾਰ ਪੰਜ ਚੀਜ਼ਾਂ ਪਾਤਸ਼ਾਹ ਨੇ, ਇੱਕ ਆਪਣਾ ਨਾਮ। ਹੁਣ ਪਰਮੇਸ਼ਰ ਤਾਂ ਇੱਕ ਹੈ ਨਾ, ਲੇਕਿਨ ਨਾਮ ਆਪਾਂ ਸਾਰੀ ਦੁਨੀਆ ਲੈ ਸਕਦੇ ਹਾਂ ਉਹਦਾ। ਕਹੋ ਸਤਨਾਮ। ਪਰਮੇਸ਼ਰ ਨੇ ਨਾਮ ਸਾਰਿਆਂ 'ਚ ਰੱਖ ਦਿੱਤਾ ਆਪਦਾ। ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ, ਸ਼ਿਵ ਪਰਮੇਸ਼ਰ, ਸ਼ਕਤੀ ਸ੍ਰਿਸ਼ਟੀ ਮਾਇਆ। ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੇ ਨਾਮ ਵਿਸਾਰਾ ਹੈ। ਅੰਨੇ ਨੇ ਉਹਦਾ ਨਾਮ ਹੀ ਛੱਡਤਾ, ਮਾਲਕ ਨੂੰ ਹੀ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਾਹੀਂ ਮਰਨ ਵਿਚਾਰਾ। ਤੇ ਇਸ ਕਰਕੇ ਉਹ ਪਰਮੇਸ਼ਰ ਨੇ ਬੰਦੇ ਨੂੰ ਪੈਦਾ ਕੀਤਾ। ਪਹਿਲਾਂ ਇਹਦੀ ਬਾਡੀ ਤਿਆਰ ਕੀਤੀ, ਜਦੋਂ ਬਾਡੀ ਤਿਆਰ ਹੋ ਗਈ ਫਿਰ ਇਹਦੇ ਵਿੱਚ ਆਤਮਾ ਨੂੰ ਪ੍ਰਵੇਸ਼ ਕੀਤਾ। ਪਹਿਲੋਂ ਦੇ ਤੈਂ ਰਿਜ਼ਕ ਸਮਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਤੁਧ ਜੇ ਵਡ ਦਾਤਾ ਅਵਰ ਨ ਸੁਆਮੀ। ਤੇ ਇਸ ਕਰਕੇ ਸਿੱਖੋ, ਗੁਰੂ ਪਰਮੇਸ਼ਰ ਵਰਗਾ ਦਾਤਾ ਹੋਰ ਕੋਈ ਨਹੀਂ ਹੈ। ਕਹੋ ਸਤਨਾਮ ਸੀ। ਲਵੇ ਨਾ ਕੋਈ ਲਾਵਣਿਆ, ਕੋਈ ਨਹੀਂ ਲਵੇ ਲਾਉਂਦਾ। ਭਾਵ ਗੁਰੂ ਪਰਮੇਸ਼ਰ ਹੀ ਸਭ ਕੁਝ ਦੇ ਸਕਦਾ ਹੈ। ਸੰਸਾਰ ਤੋਂ ਤਾਂ ਜੇ ਮੰਗਾਂਗੇ ਤਾਂ ਲਾਜ ਹੀ ਆਊਗੀ, ਸ਼ਰਮ ਹੀ ਆਊਗੀ, ਤੇ ਜੇ ਦੇ ਵੀ ਦਿੱਤਾ ਤੇ ਮੁੜ ਕੇ 50 ਵਾਰੀ ਸੁਣਾਊਗਾ। ਕਹੋ ਸਤਨਾਮ ਸੀ। ਪਰ ਇਹਦਾ ਸੁਭਾਅ ਹੈ ਦਿੰਦਾ ਦੇ, ਲੈਂਦੇ ਥੱਕ ਪਾਏ, ਲੈਣ ਵਾਲੇ ਥੱਕ ਜਾਣਗੇ। ਇਹ ਦੇ ਹੀ ਜਾਊਗਾ, ਮੁੜ ਕੇ ਚਤਾਰਦਾ ਵੀ ਨਹੀਂ। ਕਹੋ ਸਤਨਾਮ ਸੀ। ਇਹਦਾ ਸੁਭਾਅ ਐਸਾ ਹੈ। ਤੁਧ ਜੇਵੜ ਦਾਤਾ ਅਵਰ ਨ ਸੁਆਮੀ, ਲਵੇ ਨਾ ਕੋਈ ਲਾਵਣਿਆ। ਜਿਵੇਂ ਤੂੰ ਲਵੇ ਲਾਉਣਾ, ਜਿਵੇਂ ਜੇਠਾ ਜੀ ਨੂੰ ਲਵੇ ਲਾਇਆ ਹੈ ਗੁਰੂ ਅਮਰਦਾਸ ਜੀ ਨੇ, ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਲਵੇ ਲਾਇਆ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ,
ਇਵੇਂ ਹੀ ਸਾਨੂੰ ਲਵੇ ਲਾਉਣ ਵਾਲਾ ਗੁਰੂ ਹੈ, ਹੋਰ ਕੋਈ ਨਹੀਂ। ਕਹੋ ਸਤਿਨਾਮ। ਜਿਵੇਂ ਮਾਂ ਪਿਓ ਬੱਚੇ ਨੂੰ ਲਵੇ ਲਾਉਂਦੇ ਆ, ਚਾਚੇ ਤਾਏ ਨਹੀਂ। ਪਸ਼ੂਆਂ ਦੇ ਜਾਨਵਰ ਵੀ ਬੱਚੇ ਵੀ ਹੈਗੇ ਨਾ। ਤੇ ਭਾਈ ਸਾਹਿਬ ਜੀ ਆਪਣੇ ਵਾਰਾਂ ਦੇ ਵਿੱਚ, ਆਪਣੇ ਸ਼ਬਦਾਂ ਵਿੱਚ, ਸਵਈਆਂ ਦੇ ਵਿੱਚ, ਕਵਿਤਾਂ ਵਿੱਚ ਲਿਖਦੇ ਨੇ ਕਿ ਜੇ ਕਿਤੇ, ਮੈਂ ਤੁਹਾਨੂੰ ਸਿੱਧੀ ਗੱਲ ਕਰਕੇ ਸੁਣਾ ਰਿਹਾ, ਲਿਖੀ ਤਾਂ ਕਵਿਤਾ ਹੋਰ ਹਿਸਾਬ ਨਾਲ, ਕਵਿਤਾ ਉਹ ਕਹਿੰਦੇ ਜੇ ਕਿਤੇ ਗਾਂ ਦਾ ਬੱਚਾ ਭੁਲੇਖੇ ਨਾਲ ਕਿਸੇ ਦੂਜੀ ਗਾਂ ਦੇ ਥਣਾਂ ਨੂੰ ਜਾ ਪਵੇ ਦੁੱਧ ਪੀਣ ਵਾਸਤੇ, ਤੇ ਉਹ ਛੜ ਮਾਰਦੀ ਆ। ਕਹੋ ਸਤਿਨਾਮ ਸ੍ਰੀ। ਇਸੇ ਤਰ੍ਹਾਂ ਹੀ ਸਿੱਖਾ, ਗੁਰੂ ਤੋਂ ਬਗੈਰ ਕਿਸੇ ਨੇ ਲਵੇ ਨਹੀਂ ਲਾਉਣਾ ਤੈਨੂੰ। ਕਹੋ ਸਤਿਨਾਮ ਸ੍ਰੀ। ਲਵੇ ਨਾ ਕੋਈ ਲਾਵਣਿਆ, ਜਿਸ ਤੋਂ ਤੁਠਾ ਸੋ ਤੁਧ ਧਿਆਏ। ਜਿਨ੍ਹਾਂ ਤੇ ਤੂੰ ਕਿਰਪਾ ਕਰਦਾ ਉਹ ਤੈਨੂੰ ਸਿਮਰਦੇ ਐ। ਸਾਧ ਜਣਾ ਕਾ ਮੰਤਰ ਕਮਾਏ, ਗੁਰੂ ਦਾ ਬਖਸ਼ਿਆ ਹੋਇਆ ਮੰਤਰ ਜਪਦੇ ਐ। ਸਾਧ ਭਾਵ ਗੁਰੂ, ਗੁਰਮੁਖ। ਸਾਧ ਜਣ ਕੋਈ ਭਗਵੇਂ ਨੀਲੇ ਕਾਲੇ ਨਹੀਂ ਵੇਖਣੇ। ਸਾਧ ਜਣ ਜਿਨ੍ਹਾਂ ਨੇ ਪਰਮੇਸ਼ਰ ਨਾਲ ਜੁੜਨਾ ਕੀਤਾ, ਆਪਣੇ ਆਪ ਨੂੰ ਸਾਧਿਆ, ਜਿਨ੍ਹਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕੀਤਾ, ਉਹਨਾਂ ਦਾ ਦਿੱਤਾ ਹੋਇਆ ਮੰਤਰ ਵਾਹਿਗੁਰੂ ਮੰਤਰ, ਪੰਜਾਂ ਪਿਆਰਿਆਂ ਦਾ ਮੰਤਰ। ਕਹੋ ਸਤਿਨਾਮ ਸ੍ਰੀ। ਜਾਂ ਗੁਰਮੁਖਾਂ ਦੀ ਸੰਗਤ ਕਰਦਿਆਂ ਹੋਇਆਂ ਸਾਧ ਜਣਾ ਕਾ ਮੰਤਰ ਕਮਾਏ, ਆਪ ਤਰੈ ਸਗਲੇ ਕੁਲ ਤਾਰੇ। ਉਹ ਆਪ ਤਰ ਜਾਂਦੇ, ਆਪਣੀਆਂ ਕੁੱਲਾਂ ਨੂੰ ਤਾਰ ਲੈਂਦੇ ਆ। ਤਿਸ ਦਰਗਹਿ ਠਾਕ ਨ ਪਾਵਣਿਆ, ਉਹਨਾਂ ਨੂੰ ਦਰਗਾਹ 'ਚ ਵੀ ਕੋਈ ਰੋਕ ਟੋਕ ਨਹੀਂ ਕਰ ਸਕਦਾ। ਜਿਹੜੇ ਗੁਰੂ ਵਾਲੇ ਬਣ ਕੇ ਜਾਣਗੇ ਦੁਨੀਆ 'ਚੋਂ, ਰੇ ਰੇ ਦਰਗਹਿ ਕਹੈ ਨ ਕਹੂ, ਆਓ ਬੈਠ ਆਦਰ ਸੁਭ ਦੇਉ, ਉੱਥੇ ਵੀ ਕੋਈ ਰੋਕ ਟੋਕ ਨਹੀਂ ਹੋਵੇਗੀ। ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਸੰਸਾਰ ਵੀ ਉਸ ਦੀ ਸਿਫਤ ਕਰਦਾ ਹੈ। ਸਾਧ ਜਣਾ ਕਾ ਮੰਤਰ ਕਮਾਏ, ਆਪ ਤਰੈ ਸਗਲੇ ਕੁਲ ਤਾਰੇ। ਤਿਸ ਦਰਗਹਿ ਠਾਕ ਨ ਪਾਵਣਿਆ, ਤੂੰ ਵੱਡਾ ਤੂੰ ਉੱਚੋ ਉੱਚਾ। ਥੋੜ੍ਹੇ ਸਮੇਂ ਲਈ ਮੁਕਤਸਰ ਵਾਲੇ ਸਿੰਘ ਭਾਈ ਮਹਾਂ ਸਿੰਘ ਹੋਰੀ ਥੋੜ੍ਹੇ ਸਮੇਂ ਲਈ ਗੁਰੂ ਨੂੰ ਕਿਹਾ ਸੀ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਬੇਦਾਵਾ ਲਿਖਤਾ ਸੀਗਾ। ਤੇ ਜਦ ਉਹ ਰੂਹਾਂ ਸਰੀਰ ਛੱਡ ਕੇ ਪਰਮੇਸ਼ਰ ਦੀ ਦਰਗਾਹ 'ਚ ਗਈਆਂ, ਤੇ ਅੰਦਰੋਂ ਆਵਾਜ਼ਾਂ ਆਉਂਦੀਆਂ, ਜਾਓ ਜਾਓ ਤੁਸੀਂ ਮਾਤ ਲੋਕ ਵਿੱਚ ਜਾਓ, ਤੁਸੀਂ ਨਗੋਰੇ ਹੋ। ਤੇ ਭਾਈ ਮਹਾਂ ਸਿੰਘ ਦੀ ਰੂਹ ਜਿਹੜੀ ਆ, ਉਹਨਾਂ ਰੂਹਾਂ ਨੂੰ ਦੇਖ ਰਹੀ ਆ, ਉਹਨਾਂ ਨੂੰ ਪ੍ਰਵੇਸ਼ ਨਹੀਂ ਮਿਲ ਰਿਹਾ। ਤੇ ਜਦੋਂ ਉਹਨਾਂ ਨੂੰ ਦੁਬਾਰਾ ਧੰਨ ਗੁਰੂ ਗੋਬਿੰਦ ਸਿੰਘ ਜੀ ਥੱਲੇ ਆ ਕੇ ਮਿਲੇ ਟਿੱਬੀ ਤੋਂ ਉਤਰ ਕੇ, ਫਿਰ ਭਾਈ ਮਹਾਂ ਸਿੰਘ ਕਹਿੰਦਾ, ਮਹਾਰਾਜ ਉਹ ਬੇਦਾਵੇ ਵਾਲਾ ਕਾਗਜ਼ ਪਾੜ ਕੇ ਸਾਨੂੰ ਆਪਦੇ ਚਰਨੀ ਲਾਓ ਪਹਿਲਾਂ। ਪਾਤਸ਼ਾਹ ਕਹਿੰਦੇ ਤੈਨੂੰ ਰਾਜਾ ਬਣਾ ਦੇ ਦੇਸ਼ ਦਾ। ਕਹਿੰਦੇ ਨਹੀਂ, ਮੈਂ ਰਾਜਾ ਨਹੀਂ ਬਣਨਾ। ਕਹਿੰਦੇ ਤੈਨੂੰ ਜੀਵਨ ਲੰਬਾ ਦੇ ਦਿੰਦਾ, ਤੈਨੂੰ ਬਚਾ ਦਿੰਦਾ, ਤੇਰੀ ਜਾਨ, ਕੋਈ ਗੱਲ ਨਹੀਂ, ਮਰ ਨਹੀਂ ਦਿੰਦਾ ਤੈਨੂੰ ਮੈਂ ਹੁਣ। ਮਹਾਂ ਸਿੰਘ ਕਹਿਣ ਲੱਗਿਆ, ਨਹੀਂ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਨਾ ਮੈਨੂੰ ਕੋਈ ਮਰਨ ਤੇ ਜੰਮਣ ਦੀ ਲੋੜ ਹੈ, ਤੇ ਨਾ ਮੈਨੂੰ ਰਾਜ ਦੀ ਲੋੜ ਹੈ। ਮਨਪ੍ਰੀਤ ਚਰਨ ਕਮਲਾਰੇ, ਜਿਹੜਾ ਤੁਹਾਨੂੰ ਕਾਗਜ਼ ਦਿੱਤਾ ਸੀ ਬੇਦਾਵਾ, ਉਹ ਕਿੱਥੇ ਆ? ਉਹ ਟੁੱਟੀ ਗੰਢ ਲਓ ਸਾਡੀ। ਪਾਤਸ਼ਾਹ ਕਹਿੰਦੇ ਟੁੱਟੀ ਹੁੱਟੀ ਆਪਦੇ ਵਾਸਤੇ ਮੰਗ ਲਾ ਜੋ ਮੰਗਣਾ ਤੂੰ। ਕਹਿੰਦੇ ਨਹੀਂ, ਮੇਰੇ ਜਿਹੜੇ ਸਾਥੀ ਸ਼ਹੀਦ ਹੋਏ ਆ 40 ਇੱਥੇ ਜੰਗ ਦੇ ਵਿੱਚ, ਉਹ ਸਾਰਿਆਂ ਨੂੰ ਪ੍ਰਵੇਸ਼ ਨਹੀਂ ਮਿਲ ਰਿਹਾ ਸੱਚਖੰਡ। ਆਵਾਜ਼ਾਂ ਆ ਰਹੀਆਂ, ਤੁਸੀਂ ਨਗੋਰੇ ਹੋ, ਤੇ ਕਿਰਪਾ ਕਰਕੇ ਦੁਆਰੇ ਚਰਨੀ ਲਾਓ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ, ਸਤਿਗੁਰ ਤੋਂ ਬਗੈਰ ਦੁਆਰਾ ਉਹ ਮੁਕਤ ਨਹੀਂ ਹੁੰਦਾ। ਬਿਨ ਸਤਿਗੁਰ ਮੁਕਤ ਨ ਪਾਵੇ, ਪਾਵੇ ਮੁਕਤ ਨ ਹੋਰ ਥੈ। ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮੇ ਆਵੇ। ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਉਹਨਾਂ 40 ਮੁਕਤੇ ਜਿਨ੍ਹਾਂ ਨੂੰ ਅਸੀਂ ਆ 40 ਮੁਕਤੇ ਕਹਿੰਦੇ ਆ, ਉਹ ਮੁਕਤ ਨਹੀਂ ਸੀ ਉਦੋਂ ਜਦੋਂ ਗੁਰੂ ਸਾਹਿਬ ਨੂੰ ਮਿਲੇ। ਤੇ ਜੇ ਕਿਤੇ ਗੁਰੂ ਸਾਹਿਬ ਤੋਂ ਸਮਾਂ ਟੱਪ ਜਾਂਦਾ, ਭਾਈ ਮਹਾਂ ਸਿੰਘ ਵੀ ਸੀ ਛੱਡ ਜਾਂਦਾ, ਫਿਰ ਉਹਨਾਂ ਰੂਹਾਂ ਨੂੰ ਪਤਾ ਨਹੀਂ ਕਿੰਨਾ ਭਟਕਣਾ ਪੈਣਾ ਸੀ। ਕਹੋ ਸਤਿਨਾਮ ਸੀ। ਜਿਵੇਂ ਮੂਲਾ ਖੱਤਰੀ ਬਾਬੇ ਨਾਨਕ ਤੋਂ ਵਿਛੜਿਆ, 10ਵੇਂ ਜਾਮੇ ਮਿਲਿਆ। ਕਹੋ ਸਤਿਨਾਮ ਸ੍ਰੀ। ਉਹ ਤਾਂ ਮਹਾਂ ਸਿੰਘ ਨੇ ਬੇਨਤੀ ਕਰਤੀ ਕਿ ਮਹਾਰਾਜ ਸਾਨੂੰ ਬਖਸ਼ ਲਓ। ਫਿਰ ਪਾਤਸ਼ਾਹ ਜੀ ਨੇ ਕੱਢ ਕਰਕੇ ਉਹ ਗੁਰੂ ਪਿਆਰਿਓ ਬੇਦਾਵੇ ਵਾਲਾ ਕਾਗਜ਼ ਖਿੱਸੇ 'ਚ, ਉਹ ਕਹਿੰਦੇ ਆ ਦੇਖੋ ਉਹੀ ਆ। ਕਹਿੰਦੇ ਉਹੀ ਆ, ਇਹਨੂੰ ਪਾੜ ਕੇ ਸਿੱਟੋ ਤੇ ਸਾਡੀ ਟੁੱਟੀ ਗੰਢੋ। ਕਹੋ ਸਤਿਨਾਮ। ਪਾਤਸ਼ਾਹ ਨੇ ਉਹ ਕਾਗਜ਼ ਝੋਟੇ ਕਰਤੇ, ਹਵਾ ਵਿੱਚ ਉਡਾ ਦਿੱਤਾ,
ਤੇ ਟੁੱਟੀ ਗੰਢੀ ਦਾ ਬਚਨ ਕਰਤਾ, ਟੁੱਟੀ ਗੰਢ ਨਹਾਰ ਗੋਪਾਲ। ਫਿਰ ਉਹਨਾਂ ਰੂਹਾਂ ਨੂੰ ਮੁਕਤੀ ਮਿਲੀ। ਤਿਸ ਦਰਗਹਿ ਠਾਕ ਨਾ ਪਾਵਨੀਆਂ, ਉਹਨਾਂ ਨੂੰ ਕੋਈ ਦਰਗਾਹ ਵਿੱਚ ਨਹੀਂ ਰੋਕਦਾ। ਜਿਹੜੇ ਗੁਰੂ ਵਾਲੇ ਬਣ ਕੇ ਜਾਂਦੇ ਨੇ ਉਹ ਆਪ ਤਰ ਜਾਂਦੇ ਆ, ਉਹਨਾਂ ਦੀਆਂ 21 ਕੁੱਲਾਂ ਤਰ ਜਾਂਦੀਆਂ। ਆਪ ਤਰੇ ਸਗਲੇ ਕੁਲ ਤਾਰੇ, ਤਿਸ ਦਰਗਹਿ ਠਾਕ ਨਾ ਪਾਵਨੀਆਂ। ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਅਤ ਮੁੱਚੋ ਮੁੱਚਾ। तू बड़ा वड्डा है, तू बड़ा उच्चा है, बड़ा बेअंत है, मूचो मूचा, छोटे तो छोटा। ओहो परमाणु भी है ते ओ आकाश भी है, कहो सतनाम श्री। वो इन्ना क भी आ ते ओ विशाल भी आ। इस करके मूचे तो मूचा, छोटे तो छोटा, ते वड्डे तो वड्डा तू है। तू बेअंत अत मुचो मुचा, हों कुरबानी तेरे वज्जा, नानक दा दसावणिया। पंजवें प्रीतम अखीर ते कहंदे मैं तेरे तो बलिहारे जावां। ये नानक तेरे दासां दा दास सदाउंदा है। भाव अपने आप नूं गुरु जी कहंदे मैं तेरे दासां दा दास बन के तेथों बलिहारे जाना, तू बड़ा विशाल है। तेरे बारे जानकारी मिली मैनू गुरु कोलों। अंतर अलख न जाई लखिया, नाम रतन लै गुज्जा रखिया। अगम अगोचर सब ते उच्चा, गुर के शब्द लिखावणिया। ਜਦੋਂ मैनू गुरु रामदास जी ने दसिया कहो सतनाम, उन्होंने कृपा करके मैनू तेरी जानकारी दिती, ते इस करके अज मैं तेथों बलिहारे जांदा। सो इसी पवित्र शब्द के विचार तो अज का दिहाड़ा उन्होंने छोटे साहिबजादियां दे परथाए जो पिछले लगभग 30 अपना इस 15वाड़े के मुताबिक 15 दिनों तो आप सिमरन भी कर रहे हैं। उन्होंने शहीदों को याद करदे होए जेड़े श्री आनंदपुर साहब तो लैके श्री चमकौर साहब तक शहीद होए। और गुरु प्यारो साहबजादे साहबजादा बाबा जोरावर सिंह, बाबा फतेह सिंह, माता गुजर कौर जी के नाल जो सतगुरां तो विछड़ गए। कहानी आप साखी बहुत बार रिपीट कर दी है। उत्थों माता गुजरी जी इन्हों गंगो दुष्ट लै गया, तो गंगू दुष्ट ने मोहरां दे लालच विच अपने घर ले जाना किया। पर जब माता जी ने पूछया कि गंगिया पुत इत्थे मोहरां पईयां सी, ते उल्टा गुरु प्यारे कहना तुसीं मैनूं चोर कहने हो। बहाना जा बना के जाके मरिंडे खबर करती। मरिंडे वाला थाणेदार लै गया, उन्हें वजीदे कोल पहुँचा दिता तिन्हां नूं। ते वजीदे ने गुरु प्यारे कोशिश की सतगुरां दे साहिबजादियां नूं मुसलमान बनाउण दी, भी जे मुसलमान बन गए तो असीं जित जावांगे। पर साहिबजादे आखिर मैं पहला बेनती की आ कि खून तो गुरु गोबिंद सिंह महाराज जी का है ना, उन्हां दी पावर उन्हां विच भी है। तो उन्होंने उन्हां दा कोई ऑफर कोई डरावा नहीं मन्निया। गज के कचहरी दे विच जवाब दिंदे रहे। 3 दिन कचहरी लगती रही। तो तीसरे दिन भाव अज दे दिन दुष्ट वजीदे ने सुच्चे नंद वर्गे वजीरां दी शह ते भावें एक वजीर इन्हां विचों बहुत वधिया निकलिया, मलेरकोटले वाला शेर खां, उन्हें कहा गलत करदे हो, साडी कुरान नहीं कहंदी कि दुध पींदे छोटे बच्चों नूं जां बुढ़ियां नूं कतल किया जाए, ये जुल्म है, तुसीं इन्हां नूं छड्ड दिओ। दसदे आ वजीदे दी घर वाली एक बेगम जिहड़ी जाणदी सी साहिबजादियां नूं, माता जी नूं, किसी हिंदू परिवार की लड़की उन्हें धक्के नाल अपने घर पाई हुई सी, अपनी घर वाली बनाई हुई सी। जब उन्होंने पता लग्या रात को, उन्हें भी वजीदे नूं समझाया भी तू जाके छड्ड दे, बच्चों का कोई दोष नहीं, लड़ाई करनी तो बापू नाल करो, इहदे पिता नाल करो, बच्चों ना मारो। तो नाल कहा कि जे तू बच्चों नूं मारिया तो फिर मैं मर जाना, जे तू मैनूं प्यार करदा है तो जाके बच्चों नूं छड्ड दे, इन्हां दी मां नूं छड्ड दे, दादी नूं। उतों कहने कह आया सीगा, कहना मैं छड्ड देना जाके तड़के। पर इत्थे तीसरी दिन जदों कचहरी दे विच बैठे आ वजीर दे कोल मंत्री सारे, तो उत्थे गुरु प्यारिओ एक सुच्चानंद मंत्री बैठा है, हिंदू मंत्री है, सुच्चानंद दा नाम आ। ये कहन लगे वजीर साहब ना छड्डिओ, जे तुसीं ये छड्ड दित्ते तो इन्हां ने आपां नूं तंग करना वड्डे हो के, इन्हां दा पिता ही अपने काबू च नहीं आ रहा। वजीदा कहन लग्या जी बच्चे तुहानूं छड्ड दईए फिर की करोगे, तो हुण बच्चे झूठ थोड़ो बोलणगे। वो कहंदे असीं बाहर जावांगे, फौज इकट्ठी करांगे, दुबारे फिर जंग करांगे आके। तो सुच्चे नंद ने भड़काया, कहन लग्या वेखिया जमदियां सूलां दे मूँह तिखे हुंदे आ, इन्हां नूं मार के ही खेड़ा छड़ाया जा सकदा।
इस करके गुरु प्यारो वजीदे ने फिर इन्हां लोकां दीयां गल्लां सुन करके जदों अखीर कंध विच चिनके डरा के मनाउणा चाहिया भी शायद मुसलमान बन जाने, साडे इस्लाम नूं कबूल कर लैण, पर कंध विच चिनके भी वो डरे नहीं, जकारे छड्डदे रहे। तो अखीर गुरु प्यारिओ कंध डिग पई, दोने बेहोश हो गए। तो उस बेहोशी दे विच इन्हां ने फिर गुरु प्यारिओ जलादां दे कोलों साहिबजादियां नूं कतल करवा दिता। तो उधर कहंदे इहदी घरवाली नूं पता लग्गिया जदों बेगम नूं, ਉਹਨੇ भी खंजर मार के अपनी मौत कर ली है। तो इधर भाई मोती मेहरा जो है दसते है कि ऊँ तो किनू नेड़े जान लेंदे सी इन्ने पहरे च, ये अंदर जेल दे लांगर ही सीगा मोती मेहरा। जब इसनूं पता लग्या, ये भी 3 दिन सेवा करता रहा समुंदर छकाउण दी। ते तीजे दिन यही सुनेहा लैके गया, माता जी अज साहिबजादियां नाड़ इको, उन्होंने शहीद कर दिता गया। ये सुनदियां ही माता जी ने भी हौका लिया, ध्यान जोड़िया, तो 10वें द्वार राही अपना शरीर त्याग दिता। को सतनाम सी। उस तो बाद गुरु प्यारिओ टोडर मल खत्री सराफ, जिसने गुरु प्यारिओ उन्हां शरीरां दी संभाल वास्ते आके बेनती की वजीदे नूं कि मैं लिजा के ना संस्कार कर दियां। हुण वो कहन लग्या कित्थे करेंगा, कहन लग्या करना कित्थे आ, शमशान घाट 'च ही करदे आ। कहंदे नहीं नहीं, वो तो साडा स्थान है, साडी सरकार दी थां है। कहंदा फिर मैं आपदी हवेली 'च कर देना, आपदे घरे कर लैना। कहंदे नहीं, आपदे घरे भी नहीं कर सकदा, वो भी साडा थां है। कहंदे फिर कित्थे करां? कहंदे जिथे भी करना थां तैनूं मुੱਲ खरीदना पैना, पता सी पैसे वाला बंदा पैसा देऊगा। कहंदे चल पैसे ले लो, किन्ने चाहीदे आ बोलो। कहंदे जिन्ना थां चाहिदा उन्ने थां 'च मोहरां विछा दिओ। कहंदे इसने मोहरां खरीदियां, अपनी संपत्ति सारी बेच के सोने दीयां मोहरां इकट्ठियां कीतियां। जिस वेले ने विछाउणियां शुरू कीतियां, इन्हां दे मन विच लालच आ गया मोहरां देख के। कहंदे आए नहीं, खड़ियां करके एक मोहर दे विचाले 6-7 मोहरां खड़ियां हो जाणगियां। तां गुरु प्यारो इस तरह 7 गुणा होर भी वध माया उन्होंने मंगी, तो उन्हें वो भी दे दी। तो अखीर गुरु प्यारो 6x6 का थां लैके गुरुद्वारा साहब ज्योति स्वरूप, तो उत्थे गुरु प्यारिओ बैड जिन्ना थां लैके 3 शरीरां नूं उत्थे संस्कार किया गया। उस तो बाद इन्हां दुष्टां ने भाई मोती महरे के परिवार नूं भी शहीद कर दिता, टोडर मल के परिवार नूं भी शहीद कर दिता। चलो खैर इन्हां ने उस समय को संभाल लिया, साहिबजादियां दे माता श्रीरां ने संभाल कर दी। इन्हां नूं सतगुरां ने बख्शा कीतियां। पर इन्हां दुष्टां दीयां रायकोट राय कल्ले दे कोल बैठियां जद सारी कहानी सुनी गुरु प्यारिओ माही दे कोलों, नूरे माही दे कोलों, तो जरा नूरे माही ने कहा जी इउं साहिबजादे शहीद कर दिते, तो पातशाह ने पट के घाही का पौधा मार के मोदा कहने चंगा फिर मुगलों की जड़ गई। को सतनाम सी। सो वो जुल्म के राज नूं सतगुरां ने खत्म किया, जिस दे विच छोटियां वड्डियां साहिबजादियां समेत हज़ारां ही सिंघां दीयां शहीदियां दा खून पाया गया। इस पंथ दीयां नीहां दे विच शहीदां दे सीस लाए गए आ। गुरु प्यारो गारे की थां ते, चूने की थां ते खून पाया गया। सो गुरु पातशाह की कृपा सदका ये पंथ हमेशा चढ़ती कला च है। पर शहीदों की चिताओं पे लगेंगे हर वर्ष मेले, देश और धर्म पर मिटने वालों का यही आखिरी निशान होगा। दे महावाक अनुसार हम देखो आप समय समय ते शहीदों नूं याद करते हैं, गुरपुरब मनाने आ, दिहाड़े मनाने आ, इन्हां नूं याद करते हैं। पर उन्हां नूं जुल्म करने वालियां नूं कोई याद नहीं करता। वो खत्म हो गए, वो मर गए, पर ये कदे भी खत्म नहीं होणगे। जिस तरह परमेश्वर है, ये परमेश्वर के ही स्वरूप हो गए, परमेश्वर विच मिल के। सो बहुत बहुत धन्यवाद। विचारा इत्थे रोकते हैं, बोलदे अनेकां अखर बाद घाट हो जाते। सिख संगतां ते सतगुरु बख्शण योग है, बख्श लैना जी। समाप्ति करिए। बुलाओ फतेह पाओ फतेह। वाहिगुरू जी का खालसा, वाहिगुरू जी की फतेह।